ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਬਸੰਤ ਮਹਿਲਾ ਪੰਜਵਾਂ। ਘਰ ਦੂਜਾ ਹਿੰਡੋਲ। ਇਕ ਓੰਕਾਰ ਸਤਿਗੁਰ ਪ੍ਰਸਾਦ। ਹੋਏ ਇਕੱਤਰ ਮਿਲੋ ਮੇਰੇ ਭਾਈ। ਦੁਬਿਧਾ ਦੂਰ ਕਰੋ ਲਿਵ ਲਾਏ। ਹਰ ਨਾਮੈ ਕੇ ਹੋਵੋ ਜੋੜੀ। ਗੁਰਮੁਖ ਬੈਸੋ ਸਫਾਂ ਵਿਛਾਏ। ਇਨ ਬਿਦ ਪਾਸਾ ਢਾਲੋ ਬੀਰ। ਇਨ ਬਿਦ ਪਾਸਾ ਢਾਲੋ ਬੀਰ। ਗੁਰਮੁਖ ਨਾਮ ਜਪੋ ਦਿਨ ਰਾਤੀ। ਅੰਤ ਕਾਲ ਨਾ ਲਾਗੈ ਪੀਰ। ਰਹਾਉ ਕਰਮ ਧਰਮ ਤੁਮ ਚੌਪੜ ਸਾਜੋ। ਸਤ ਕਰੋ ਤੁਮ ਸਾਰੀ। ਕਾਮ ਕ੍ਰੋਧ ਲੋਭ ਮੋਹ ਜੀਤੋ। ਐਸੀ ਖੇਲ ਹਰ ਪਿਆਰੀ।
ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਬਿਖੜੇ ਦਾ ਲੰਘਾਵੈ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਘਰ ਜਾਤੇ, ਹਰ ਆਪੇ ਖੇਲੇ ਆਪੇ ਦੇਖੈ, ਹਰ ਆਪੇ ਖੇਲੇ ਆਪੇ ਦੇਖੈ, ਹਰ ਆਪੇ ਰਚਨ ਰਚਾਇਆ, ਜਨ ਨਾਨਕ ਗੁਰਮੁਖ ਜੋ ਨਰ ਖੇਲੈ, ਸੋ ਜਿਣ ਬਾਜੀ ਕਰ ਆਇਆ, ਹਰ ਆਪੇ ਖੇਲੈ ਹਰ ਆਪੇ ਖੇਲੈ ਆਪੇ ਦੇਖੈ, ਹਰ ਆਪੇ ਰਚਨ ਰਚਾਇਆ, ਜਨ ਨਾਨਕ ਗੁਰਮੁਖ ਜੋ ਨਰ ਖੇਲੈ, ਸੋ ਜਿਣ ਬਾਜੀ ਕਰ ਆਇਆ, ਹੋਏ ਇਕੱਤਰ ਮਿਲੋ ਮੇਰੇ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਿੱਤ ਕਰਦਾ ਵੀ ਇਸੇ ਸ਼ਬਦ ਦੀ ਗੱਲ ਹੀ ਕਰ ਲਓ, ਹੈ ਕਿਉਂ ਨਹੀਂ? ਬਾਣੀ ਬਹੁਤ ਮਿਹਰਬਾਨ ਕਰਦੀ ਹੈ, ਸ਼ੁਕਰ ਹੈ ਮਾਲਕ ਤੁਹਾਡਾ। ਅੱਜ anyone wants to say something? I want to say that you just sang that Shabad with so much of passion in it. Immense. So much of passion. Yeah. No, I didn't mean to talk about, hear about No, this. You said anything, so I thought I needed to mention that, I wish I was anywhere close near you in that passion that you have got for your Bani. Awesome. Yeah, shukar hai malak da. Bless me, pray for me. I should keep it up. Maybe we judge a Shabad person. See the meaning. Seriously, Uncle, yeah, let's do this Shabad. It's so touching. That's so true. 1185 page there, Hannah. I know, but we will be losing the last jehdi hai na. I wish we should do it. If we get a chance, we'll touch it, of course. ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਨਾ ਇੱਕ ਜਿਹੜੀ ਚੰਗੀ ਮਾਂ ਹੁੰਦੀ ਹੈ ਨਾ, ਉਹ ਕਹਿੰਦੇ ਸਾਡੇ ਮਤਲਬ ਬਜ਼ੁਰਗ ਕਹਿੰਦੇ ਇਹ ਗੂੰ ਵੀ ਬਣਾਏਗੀ ਨਾ ਤੇ ਉਹ ਵੀ ਸਵਾਦ ਹੋਏਗਾ। ਸੋ ਇਟਸ ਅ ਪ੍ਰੇਜ਼, ਇਟਸ ਅ ਕੰਪਲੀਮੈਂਟ। ਪਰ ਸਾਡੇ ਸਤਿਗੁਰਾਂ ਨੇ ਇੰਨੀ ਬਾਕਮਾਲ ਸਾਨੂੰ ਬਾਣੀ ਪਰੋਸ ਜਿੱਦਾਂ ਢੀਠ ਨਲਾਇਕ ਬੱਚੇ ਨਹੀਂ ਹੁੰਦੇ, ਉਹਨਾਂ ਨੂੰ ਮਾਂ ਤੋੜ ਤੋੜ ਕੇ ਖਵਾਉਂਦੀ, ਮੂੰਹ 'ਚ ਤੁੰਨਦੀ ਏ, ਖਾ ਪੁੱਤਰ ਬੜੀ ਸਵਾਦ, ਦੇਖ ਤੇਰੀ ਸਿਹਤ ਬਣੇਗੀ। ਏਦਾਂ ਸਾਨੂੰ ਏਦਾਂ ਗੁਰੂ ਸਾਹਿਬ ਸਮਝਾਉਂਦੇ ਨੇ। ਹੁਣ ਇਹ ਜਿਹੜਾ ਸ਼ਬਦ ਸੀਗਾ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ,
ਦੁਬਿਧਾ ਦੂਰ ਕਰੋ ਲਿਵ ਲਾਏ। Oh boy, that's ਡਬਲ ਮਾਈਂਡਡ ਡਿਊਅਲਿਟੀ ਇਹਨੂੰ ਦੂਰ ਕਰ ਦਿਓ। ਮਤਲਬ ਜਿਹੜਾ ਉਹਦਾ ਸੀ ਨਾ ਇਨ ਬਿਦ ਪਾਸਾ ਢਾਲੋ, ਇਟ ਇਜ਼ prototype of chess basically. The earlier form of chess was chopper, old timers ਦੇ ਵਿੱਚ, ਅੱਜ ਕੱਲ੍ਹ ਜਿਹਨੂੰ ਚੈਸ ਕਹਿੰਦੇ ਹਾਂ ਅਸੀਂ, ਤੇ ਇਹ ਉਹਦੀ ਗੱਲ ਕਰਦੇ ਪਏ ਨੇ ਗੁਰੂ ਸਾਹਿਬ ਇਹ ਸਾਰੇ ਸ਼ਬਦ ਦੇ ਵਿੱਚ। ਤੇ ਮੈਂ ਹੈਰਾਨ ਹੁਣਾ ਵੀ ਕਿੱਦਾਂ ਗੁਰੂ ਸਾਹਿਬ ਨੇ ਵੀ ਜੇ ਤੂੰ ਚੌਪੜ ਖੇਡਣੀ ਹੈ ਤੂੰ ਇਹ ਖੇਡ, ਜੇ ਤੂੰ ਸ਼ਰਾਬ ਪੀਣੀ ਹੈ ਤੂੰ ਇਹ ਪੀ, ਯੂ ਨੋ ਇਸ ਤਰ੍ਹਾਂ। ਪਰ ਬਾ ਕਮਾਲ ਹੈ। we will touch ਜੇ ਗੁਰੂ ਰਹਿਮਤ ਕਰੇਗਾ। anyway, ਹੁਣ ਜਿਹੜੀ ਅਸੀਂ ਅੱਜ ਗੱਲ ਕਰਨੀ ਸੀ ਭਈ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸ਼ੁਰੂ ਕੀਤਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਲ, ਉਹ ਚਲਦੇ ਚਲਦੇ ਅਸੀਂ, ਇੱਕ ਸਕਿੰਡ ਜੀ ਮਾਫ ਕਰਨਾ, ਕੁਝ ਗੜਬੜ ਕਰ ਰਿਹਾ ਮੇਰਾ। ਇੱਕ ਸਕਿੰਡ। now I think it's okay. ਹਾਂਜੀ ਸੌਰੀ। ਕਿਉਂ ਸਚਿਆਰਾ ਹੋਈ ਹੈ ਕਿਉਂ ਕੂੜਾ, ਆਵਾਜ਼ ਬੈਟਰ ਹੋਈ ਮੇਰੀ ਔਰ ਠੀਕ ਸੀਗੀ ਪਹਿਲੇ ਵੀ। ਕਿਉਂ ਕੂੜਾ ਟੁੱਟਿਆ ਪਾਲ, ਇੱਥੋਂ ਅਸੀਂ ਮਸਲਿਆਤ ਸ਼ੁਰੂ ਕੀਤੀ ਤੇ ਤੁਰਦੇ ਤੁਰਦੇ ਸੁਣਨ ਪੜਨ ਆਇਓ, ਪੜਨ ਸੁਣਨ ਕੋ ਬਾਣੀ, ਤੇ ਮੰਨਣ ਦੀ ਗੱਲ। ਫਿਰ ਅਸੀਂ ਹੁਣ ਜਿਹੜਾ 4 ਪੌੜੀਆਂ ਆਈਆਂ ਕਿ ਅਸੀਂ ਕਿੰਨੇ ਸਿਆਣੇ ਆ ਆਪਣੇ ਆਪਣੇ ਘਰਾਂ 'ਚ ਸਾਰੇ, everyone, we are educated, we are learned people, and we have families, we have brought them up, and we tell them rights and wrongs for the life, to be successful in the life. ਅੱਛਾ ਕਹਿੰਦੇ ਕੁਦਰਤ ਮੈਨੇ ਹੈਗਾ ਤਾਕਤ, ਕਵਣ ਕਹਾਂ ਵਿਚਾਰ, ਜਿਹੜਾ ਸੈਂਟਰਲ ਥੀਮ ਹੈ ਇਹਨਾਂ 4 ਪੌੜੀਆਂ ਦਾ। ਮੇਰੀ ਕੀ ਤਾਕਤ ਹੈ ਕਿ ਮੈਂ ਤੇਰੀ ਵਿਚਾਰ ਕਰ ਸਕਾਂ। ਅਸੀਂ ਤੇ ਗਰੁੱਪ ਕਲਾਸ ਜਿਹੜਾ ਬਣਾਇਆ ਹੈ, ਇਹ ਅਸੀਂ ਵਿਚਾਰ ਦਾ ਗਰੁੱਪ ਬਣਾਇਆ, ਤੇ ਕੀ ਅਸੀਂ ਦੋਗਲੇ ਹਾਂ ਕਿ ਇੱਕ ਪਾਸੇ ਅਸੀਂ ਕਹਿੰਦੇ ਹਾਂ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੀਂ ਇਸ ਤਰ੍ਹਾਂ ਭੁਲੇਖਾ ਖਾ ਜਾਂਦੇ ਹਾਂ ਬਾਣੀ ਦੇ ਵਿੱਚੋਂ। ਆਪਣੇ ਕਿਰਦਾਰ ਨੂੰ, ਆਪਣੀ ਜਿਹੜੇ ਐਕਸ਼ਨਸ ਨੇ, ਅਸੀਂ ਉਹਨਾਂ ਨੂੰ ਸਬਲਾਈਮਿਟੀ ਤੇ ਲਿਆਉਣਾ ਹੁੰਦਾ ਹੈ, ਟੋਟਲੀ ਸਰੈਂਡਰਡ। ਹੁਣ ਜਦੋਂ ਮੈਂ ਕਹਿਣਾ ਕਿ ਮੈਂ ਡੁਐਲਿਟੀ ਚ, ਨੋ, ਰਾਦਰ ਇਹਨਾਂ ਤੁਕਾਂ ਨੂੰ ਪੜ੍ਹ ਕੇ ਮੈਨੂੰ ਇਹ ਸਮਝ ਆਉਂਦੀ ਹੈ ਕਿ ਖਿਆਲ ਕਰੀ ਤੂੰ ਨਹੀਂ ਕਰ ਸਕਦਾ, ਮਾਲਕ ਕਹਿ ਰਿਹਾ ਹੈ, ਤੇਰੇ ਬਾਪੂ ਜੀ ਤੈਨੂੰ ਸਮਝਾ ਰਹੇ ਹੈ ਕਿ ਮੈਂ ਵਿਚਾਰ ਨਹੀਂ ਕਰ ਸਕਦਾ। that means ਕਿ ਵਿਚਾਰ ਤੂੰ ਕਰ, ਪਰ ਇਹ ਸਮਝ ਕੇ ਨਾ ਕरेंगे ਅਲਟੀਮੇਟ ਹੈ, this is what I wanted to say and this is it. Having said everything, always consider everything is unsaid. Make sense? मैं क्या जे हाँ जाना, I know it. Even if I know, आखा नहीं, I cannot say. Means not कि मेरे बुल सीते हुए ने, no, it would be insufficient.
It would be said, but insufficiently said. That should be the thought behind everything. ਜਦੋਂ ਅਸੀਂ ਵਿਚਾਰ, ਹੁਣ ਵੈਸੇ ਤੇ ਬਾਣੀ ਨੂੰ ਅਸੀਂ ਅਮਲਾ ਅਸੀਂ ਇੰਪਲੀਕੇਟ ਕਰਨਾ ਆਪਣੀ ਜ਼ਿੰਦਗੀ 'ਚ, ਕਿਸ ਤਰ੍ਹਾਂ ਕਰਾਂਗੇ? ਪਾਤਸ਼ਾਹ ਕਹਿੰਦੇ ਨੇ ਕਿ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਭਾਈ ਦੇਖਿਓ, ਤੁਸੀਂ ਬਾਣੀ ਪੜ੍ਹਦੇ ਪਏ ਹੋ, ਪਰ ਜੇ ਸ਼ਬਦ ਦੀ ਵਿਚਾਰ ਨਹੀਂ ਕਰੋਗੇ ਤੇ ਯੂ ਆਰ ਨਾਟ ਗੋਣਾ ਗੈਟ ਯੂਰ ਗੋਲ। ਸੋ ਦੈਟ ਮੀਨਸ ਵਿਚਾਰ ਕਰਨੀ ਹੈ। ਇੱਕ ਹੋਰ ਥਾਂ ਤੇ ਪਾਤਸ਼ਾਹ ਕਹਿੰਦੇ ਨੇ ਅਵਗੁਣੀ ਭਰਪੂਰ ਹੈ। ਦਿਸ ਹਿਊਮਨ being, I am, avguni parpura, full of avguns, non-virtues. But gun bhi vasse naal, virtues are there. I am full of unvirtuous deeds, but virtuous deeds are also there. Qualities are also there. Par nanak gun na japni, ਮੈਨੂੰ I cannot recognize those qualities, those peculiarities of ਵਾਹਿਗੁਰੂ ਜੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਸੋ ਸ਼ਬਦ ਦੀ ਵਿਚਾਰ ਬਹੁਤ ਜ਼ਰੂਰੀ ਹੈ, ਖਿਆਲ ਰਹੇ। But never ever think that you have done something. Always leave room for ਵਾਹਿਗੁਰੂ ਜੀ। ਪਾਤਸ਼ਾਹ ਜੀ ਮੇਰੀ ਇੰਨੀ ਮੱਤ ਹੈ, ਅੱਗੋਂ ਤੁਹਾਨੂੰ ਪਤਾ ਹੈ। ਪਾਤਸ਼ਾਹ ਜੀ enable me more so that I can sing your praise more and more. ਜਦੋਂ ਮੈਂ ਇਸ ਤਰ੍ਹਾਂ ਗੱਲ ਕਰਦਾ ਤੇ ਇਹ ਵਿਚਾਰ ਪ੍ਰਵਾਨ ਹੈ। So lesson learned, ਕੁਦਰਤ ਕਮ ਪਹਾੜਾ ਕਿਹੜਾ ਪੜਨਾ ਮੈਂ? Despite doing everything, I have not been able to do the justice. Justifiably, I could not do the ਵਿਚਾਰ। ਏਦਾਂ ਸੋਚਣਾ। ਪਾਤਸ਼ਾਹ ਕਹਿੰਦੇ ਨੇ ਕੁਦਰਤ ਕੌਣ ਕਹਾਂ ਵਿਚਾਰ, ਮੇਰੀ ਕੀ ਤਾਕਤ ਹੈ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਮੈਂ ਤੇ ਇੱਕ ਵਾਰ ਵਾਰਿਆ ਵੀ ਨਹੀਂ ਜਾ ਸਕਦਾ। ਕੁਰਬਾਨ ਹੋਣਾ। What to talk of saying? What to talk of talking about? ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ। The bottom line is, ਜੋ ਤੈਨੂੰ ਚੰਗਾ ਲੱਗਦਾ ਹੈ ਨਾ, ਮੈਨੂੰ ਉਹ ਸਿਰ ਮੱਥੇ ਤੇ ਹੈ। ਕਿੰਨਾ ਹਿਪੋਕਰੇਟ ਆ ਮੈਂ। ਜੋ ਜੋ ਰੱਬ ਨੂੰ ਚੰਗਾ ਲੱਗਦਾ ਹੈ, ਮੈਂ ਉਹੀ ਕਰਕੇ ਰਾਜ਼ੀ ਨਹੀਂ ਆ। ਪਰ ਰੋਜ਼ ਪੜ੍ਹਦਾ ਕੁਦਰਤ ਕਾ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਈ ਉਹ ਪੰਚਾਂ ਦਾ ਕਿਆ ਸਿਰ ਮੱਥੇ, ਪਰ ਨਾਲਾ ਉੱਥੇ ਦਾ ਉੱਥੇ। ਸੋ ਖੈਰ, ਅਸੰਖ ਨਾਮ, ਅਸੰਖ ਥਾਂ। ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਵੀ ਦੇਖੋ, ਸੁਣਿਆ ਮੰਨਿਆ ਕਰਕੇ ਤੁਸੀਂ ਕਿੱਥੇ ਪਹੁੰਚਦੇ ਹੋ। ਫਿਰ ਪੰਚ ਅਸੀਂ ਫੈਥਮ ਕਰ ਸਕਦੇ ਹਾਂ ਕਿ ਪੰਚ ਕੌਣ ਹੋ ਸਕਦਾ ਹੈ। ਫਿਰ ਅਸੀਂ ਫੈਂਟਸਾਈਜ਼ ਕਰ ਸਕਦੇ ਹਾਂ ਕਿ ਸ਼ਾਇਦ ਮੈਂ ਵੀ ਕਦੀ ਪੰਚ ਹੋ ਜਾ, ਜੇ ਮੈਂ ਕਰਤੂਤ ਆਪਣੀ ਠੀਕ ਕਰਾਂ, ਜੇ ਮੈਂ ਆਪਣੇ ਕਰਮਾਂ ਨੂੰ ਠੀਕ ਕਰ ਲਾਂ ਤੇ ਸ਼ਾਇਦ ਮੈਂ ਪੰਚ ਹੋ ਜਾ। ਇਹ ਕਹਿੰਦੇ ਨੇ ਕਿ ਨਾਮ ਕਿੰਨੇ ਨੇ? ਅਸੰਖ। ਅਸੀਂ ਪਹਿਲੇ ਪੜਿਆ ਅਸੰਖ ਜਪ, ਅਸੰਖ ਪਾਓ। ਫਿਰ ਅਸੀਂ ਪੜਿਆ ਅਸੰਖ ਮੂਰਖ ਅੰਧ। ਕਿੰਨੇ ਸੋਹਣੇ ਤਰੀਕੇ ਦੇ ਨਾਲ ਸਾਡੇ ਮਾਲਕ ਜੀ, ਸਾਡੇ ਬਾਪੂ ਜੀ ਸਾਡੇ ਸਾਹਮਣੇ ਥਾਟਸ ਦਿੰਦੇ ਨੇ, ਇੱਕ ਦੇ ਬਾਅਦ ਇੱਕ, ਤੇ ਮਰ ਜਾਣ ਵਾਲੀਆਂ ਥਾਟਸ। ਕਿ ਹੁਣ ਨਾਮ ਵੀ ਅਸੰਖ ਨੇ ਤੇ ਥਾਵਾਂ ਵੀ ਬੜੀਆਂ ਨੇ। ਕੀ ਮਤਲਬ ਇਹਦਾ? ਜਿੰਨੇ ਲੋਕ ਨੇ, ਬਗੈਰ ਨਾਮ ਦੇ ਤੇ ਕੋਈ ਵੀ ਨਹੀਂ ਹੈ।
ਜਿਹੜਾ ਵੀ ਬੀਇੰਗ ਐਗਜ਼ਿਸਟ ਕਰਦਾ ਹੈ, ਚਾਹੇ ਉਹ ਹਿਊਮਨ ਫਾਰਮ 'ਚ ਹੈ, ਚਾਹੇ ਉਹ ਹਿਊਮਨ ਫਾਰਮ 'ਚ ਨਹੀਂ ਹੈ, ਉਹਦਾ ਨਾਮ ਹੈ। ਜੇ ਉਹਦਾ ਨਾਮ ਨਹੀਂ ਹੈ ਤੇ ਉਹਦੀ ਬੀਇੰਗ ਦਾ ਨਾਮ ਹੈ। ਮੱਛਰ ਨਾਮ ਹੈ, ਮੱਖੀ ਨਾਮ ਹੈ। ਅਸੰਖ ਥਾਂ, ਕਈ ਥਾਵਾਂ ਨੇ, ਔਰ ਹਰ ਇੱਕ ਥਾਂ ਦਾ ਨਾਮ ਹੈ। ਨਾਮ ਨੂੰ ਇੱਥੇ ਗੁਰੂ ਸਾਹਿਬ ਨੇ ਕਿਉਂ ਸਿਗਨੀਫਾਈ ਕੀਤਾ ਹੈ? ਕਿਉਂਕਿ ਸੱਚ ਜਿਹੜਾ ਹੈ ਨਾ, ਸੱਚ ਨਾਮ, ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾਪੂਰ ਬੁਲਾ। ਤੇਰੇ ਕਿੰਨੇ ਹੀ ਨਾਂ ਨੇ। ਹੁਣ ਨਾਮ ਤੇ ਤੇਰੇ ਬੜੇ ਨੇ, ਸੋਚਣਾ ਮੈਂ, ਤੇ ਇਹ ਜਿਹੜੇ ਨਾਮ ਨੇ ਇਹ ਕਿਹੜੇ ਨੇ? ਫਿਰ ਇਹ ਵੀ ਤੇ ਤੇਰੇ ਹੀ ਨਾਂ ਨੇ ਨਾ। ਨਿਰਗੁਣ ਰੂਪ ਦੇ ਵਿੱਚ ਸਤਨਾਮ ਹੈ, ਸਰਗੁਣ ਰੂਪ ਦੇ ਵਿੱਚ ਸਾਰੇ ਉਹਦੇ ਨਾਮ ਨੇ। ਅਮਰਜੀਤ ਸਿੰਘ, ਪਰਮਜੀਤ, ਮਨਜੀਤ, ਇਹ ਸਾਰੇ ਉਹਦੇ ਨਾਮ ਨੇ, ਭਰੇ ਪਏ ਨੇ। ਥਾਵਾਂ ਵੀ ਉਹਦੀਆਂ ਨੇ। ਕਿਉਂ? ਕਿ ਕ੍ਰੀਏਸ਼ਨ ਹੀ ਉਹਦੀ ਹੈ ਸਾਰੀ, ਬਣਾਇਆ ਹੀ ਉਹਨੇ ਹੋਇਆ। ਵਾਈ ਡੋਂਟ ਆਈ ਅੰਡਰਸਟੈਂਡ? ਜਿਸ ਰੱਬ ਨੇ ਇੱਕ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ, ਵਾਹਿਗੁਰੂ ਜੀ ਨੇ, ਉਹਦੇ ਸਾਰੇ ਉਹਨੇ ਨਾਮ ਹੀ ਦੇ ਦਿੱਤੇ ਨੇ, ਉਹਨੇ ਥਾਵਾਂ ਦੇ ਨਾਮ ਹੀ ਦੇ ਦਿੱਤੇ ਨੇ। ਫਿਰ ਅਗੰਮ, ਅਗੰਮ, ਅਸੰਖ ਲੋ। ਲੋ ਦਾ ਜਿਹੜਾ ਦੁਨਿਆਵੀ ਡਿਕਸ਼ਨਰੀ ਮੈਨਾ ਹੈ, ਉਹ ਹੈ ਲੋਕ। ਭਈ 7 ਪਤਾਲ ਲੋਕ ਤੇ 7 ਆਕਾਸ਼ ਲੋਕ, 14 ਪਾਤਸ਼ਾਹ ਨੇ ਇੱਕ ਥਾਂ ਤੇ ਕਿਹਾ ਹੈ 9 7 14 3 4 ਕਰ ਮਹਿਲਤ 4 ਬਹਾਲੀ। ਇੱਕ ਲਾਈਨ ਦੇ ਵਿੱਚ ਸਾਰੀ ਰਚਨਾ ਦੀ ਸਿਨੋਪਸਿਸ ਦੇ ਦਿੱਤਾ। 9 ਦੀਪ, 9 ਕੰਟੀਨੈਂਟ, 7 ਦੀਪ, ਹੁਣ ਤੇ ਉਹ ਵੀ ਵੱਧ ਗਏ ਨੇ। 3 ਗੁਣਾ ਦੀ ਖੇਡ, 4 ਪਦਾਰਥਾਂ ਦੀ ਖੇਡ, ਮਹਿਲਤ 4 ਬਹਾਲੀ। ਤੇ ਜਿਹੜੀ ਵਾੜ ਸੀਗੀ, ਫੈਂਸ, ਉਹ 4 ਯੁਗਾਂ ਦੀ ਕਰਤੀ। ਚਾਰੇ ਦੀਵੇ ਚੌ ਹੱਥ ਦੀ ਦੀਏ, ਏਕਾ ਏਕਾ ਵਾਰੀ। ਮਿਹਰਬਾਨ ਮਕਸੂਦਨ ਮਾਧੋ, ਐਸੀ ਸ਼ਕਤ ਤੁਮਾਰੀ। ਮਧੂਸੂਦਨ ਮਾਧੋ, ਐਸੀ ਤੇਰੀ ਤਾਕਤ ਹੈ, ਯੂ ਆਰ ਸੋ ਪਾਵਰਫੁਲ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨ। ਅਗੰਮ, ਅਗੰਮ, ਅਗੰਮ। ਗੰਮ ਕਹਿੰਦੇ ਨੇ ਜਿਹਦੀ ਹੱਦ ਪਾਈ ਜਾ ਸਕੇ, ਗੰਮਿਆ ਜਾ ਸਕੇ, ਜਿੱਥੇ ਤੁਰਿਆ ਜਾ ਸਕੇ, ਪਹੁੰਚਿਆ ਜਾ ਸਕੇ। ਅਗੰਮ, ਜਿੱਥੇ ਪਹੁੰਚ ਤੋਂ ਪਰੇ ਹੋਵੇ। ਹੁਣ ਕਹਿੰਦੇ ਅਗੰਮ, ਅਨਰੀਚੇਬਲ। ਅਗੰਮ, ਅਗੰਮ, ਅਸੰਖ ਲੋ। ਕਹਿੰਦੇ ਸੋ ਮਚ ਸੋ ਕਿ ਅਸੰਖ ਕਹੇ ਸਿਰ ਭਾਰ ਹੋਏ। ਜਿਸ ਤਰ੍ਹਾਂ ਕੁਦਰਤ ਕਵਨ ਕਹਾਂ ਵਿਚਾਰ ਹੈ, ਜੇ ਮੈਂ ਇਹ ਵੀ ਕਹਿ ਦਿਆਂ ਨਾ ਕਿ ਅਸੰਖ ਹੈ, ਤੇ ਲੱਗਦਾ ਵੀ ਹਾਲੇ ਮੈਂ ਕਿਹਾ ਨਹੀਂ ਪੂਰਾ। ਇਹ ਵੀ ਹੈ। ਕਿਉਂ? ਕਿ ਅਸੰਖ ਲਫ਼ਜ਼ ਜਿਹੜਾ ਹੈ ਉਹ ਵੀ ਸਫੀਸ਼ੀਐਂਟ ਨਹੀਂ ਹੈ, ਉਹ ਵੀ ਮੇਰੇ ਐਕਸਪ੍ਰੈਸ਼ਨ ਨੂੰ ਸਫਾਈਸ ਨਹੀਂ ਕਰਦਾ। ਇਨਸਫੀਸ਼ੀਐਂਟ। ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ, ਅਖਰੀ ਸਾਲਾ। ਹੁਣ ਇਹ ਜਿਹੜੇ ਨਾਮ ਨੇ, ਇਹਨਾਂ ਦੇ ਪਿੱਛੇ ਪਸਮੰਜਰ, ਇਹਨਾਂ ਦੇ ਬੇਸ, ਇਹਨਾਂ ਦੇ ਫਾਊਂਡੇਸ਼ਨ, ਇਹਨਾਂ ਦੀ ਡਿਰੀਵੇਸ਼ਨ ਕਿੱਥੋਂ ਹੈ? ਅੱਖਰਾਂ ਤੋਂ। ਜੇ ਅੱਖਰ ਨਾ ਹੋਣ ਤੇ can there be a name? No, because there is no word, there is no alphabet. ਸੋ ਕਹਿੰਦੇ ਅੱਖਰਾਂ ਦੇ ਨਾਲ ਨਾਮ ਨੂੰ ਐਕਸਪ੍ਰੈਸ ਕੀਤਾ ਜਾ ਸਕਦਾ ਹੈਗਾ। ਸਾਰਾ ਕੁਝ ਭਾਵੇਂ ਰੱਬ ਜੀ ਦਾ ਰਚਨਾ ਹੈ, ਰੱਬ ਜੀ ਦੀ ਕ੍ਰੀਏਸ਼ਨ ਹੈ ਸਾਰੀ,
ਫਿਰ ਅਖਰੀ ਸਾਲਾ, ਜੇ ਮੈਂ ਪ੍ਰੇਜ਼ ਕਰਨਾ ਹੈ ਤਾਂ ਵੀ ਮੈਨੂੰ ਲਫ਼ਜ਼ ਚਾਹੀਦੇ ਨੇ। ਖਿਆਲ ਰਹੇ ਕਿ ਗੁਰਬਾਣੀ ਸਾਰੀ ਆਦ ਸੱਚ ਜੁਗਾ ਸੱਚ ਹੈ। ਜੇ ਮੈਂ ਗੂੰਗਾ ਹੋਵਾਂ ਤੇ ਫਿਰ ਮੈਂ ਨਾਮ ਜਪ ਸਕਦਾ, ਮੈਂ ਉਹਦੀ ਸਿਫਤੋ ਸਲਾਹ ਕਰ ਸਕਦਾ। Yeah, I think so. लिख के ਲਿਖ ਕੇ ਦੇ ਨਹੀਂ, ਦਿਲੋਂ, ਮਾਈਂਡ। ਜਾਂ ਮੇਰਾ ਐਕਸਪ੍ਰੈਸ਼ਨ, ਜੇ ਮੈਂ ਗੂੰਗਾ ਹੋਵਾਂਗਾ ਨਾ ਤੇ ਰੱਬ ਜੀ ਮੈਨੂੰ ਆਪਣੇ ਆਪ ਇਹੋ ਜਿਹੀ ਭਾਸ਼ਾ ਸਿਖਾ ਦਿੰਦਾ ਹੈ। ਬੱਚੇ ਨੂੰ ਕਿਹੜੀ ਭਾਸ਼ਾ ਆਉਂਦੀ ਹੁੰਦੀ? ਬੱਚਾ ਸਾਰਾ ਕੁਝ ਬੋਲਦਾ। ਇਹ ਸਾਡੀ ਪ੍ਰੋਬਲਮ ਹੈ ਕਿ ਅਸੀਂ ਜੋ ਬੋਲਦੇ ਆ ਬੱਚਾ ਸੁਣਦਾ ਤੇ ਉਹਨੂੰ ਰਿਪਰੋਡਿਊਸ ਕਰ ਦਿੰਦਾ ਹੈ। ਪਰ ਜੇ ਕਿਸੇ ਦੇ ਕੰਨ ਨਾ ਹੋਣ, ਡੈਫ ਐਂਡ ਡੰਮ ਹੋਵੇ, ਉਹਦੇ ਲਈ ਵੀ ਭਾਸ਼ਾ ਬਣੀ ਹੋਈ। ਜੇ ਕੋਈ ਅੰਨਾ ਹੈ ਉਹਦੇ ਲਈ ਵੀ ਭਾਸ਼ਾ ਬਣਾਈ। ਅੱਜ ਦੀ ਡੇਟ 'ਚ ਉਹਦੀਆਂ ਦੂਸਰੀਆਂ ਸੈਂਸਿਸ ਕੰਮ ਕਰਦੀਆਂ। ਗੱਲ ਕੀ ਕਿ ਤੇਰੀ ਅਗੰਮਤਾ ਜਿਹੜੀ ਹੈ ਨਾ ਮਾਲਕਾ, ਉਹ ਇੰਨੀ ਜ਼ਬਰਦਸਤ ਹੈ, ਇਨਫਿਨਿਟ, ਕਿ ਕੋਈ ਵੀ ਤੇਰੀ ਬਖਸ਼ਿਸ਼ ਤੋਂ ਖਾਲੀ ਨਹੀਂ ਹੈ। ਅਖਰੀ ਨਾਮ, ਪਰ ਜਨਰਲ ਫਿਨਾਮਨਾ ਕੀ ਹੈ? ਅਖਰੀ ਨਾਮ, ਅਖਰੀ ਸਾਲਾ। ਅੱਖਰਾਂ ਦੇ ਨਾਲ ਹੀ ਤੇਰਾ ਨਾਮ ਲੈਣਾ ਵਾ, ਅੱਖਰਾਂ ਦੇ ਨਾਲ ਤੇਰੀ ਸਿਫਤ ਤੋਂ ਸਲਾਹ ਕਰ ਸਕਦਾ। ਹੁਣ ਗੱਲ ਕਿਸ ਤਰ੍ਹਾਂ ਆ ਗਈ? ਕਿਉਂਕਿ ਅਸੰਖ ਕਹਿ ਕੇ ਵੀ ਮੇਰੇ ਸਿਰ ਤੇ ਭਾਰ ਚੜਦਾ, ਪਰ ਜੇ ਮੈਂ ਜੋ ਕੁਝ ਵੀ ਕਹਿਣਾ ਹੈ ਉਹ ਵੀ ਅੱਖਰਾਂ ਦੇ ਨਾਲ ਕਹਿ ਸਕਦਾ। ਇਹ ਜੋ ਕੁਝ ਵੀ ਮੈਂ ਕਹਿ ਰਿਹਾ ਇਹ ਵੀ ਥਰੂ ਵਰਡਸ ਹੈ। ਅਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਦੇ ਨਾਲ ਮੈਂ ਉਹਦੇ ਗਿਆਨ ਨੂੰ ਐਕਸਪ੍ਰੈਸ ਕਰ ਸਕਦਾ। ਗੀਤ ਉਹਦਾ ਖੁਸ਼ੀ ਦਾ ਗੀਤ, ਉਹਦੀ ਪ੍ਰੇਜ਼ ਦਾ ਗੀਤ, ਤੇ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰ। ਉਹਦੀ ਪ੍ਰੇਜ਼ ਵੀ ਜਿਹੜੀ ਹੈ ਅੱਖਰਾਂ ਦੇ ਨਾਲ ਹੈ। ਗਾ, ਗਾ ਜਿਹੜਾ ਇਹ ਐਗਰੀਕਲਚਰ ਦਾ ਲਫ਼ਜ਼ ਹੈ। ਗਾਣਾ, ਜਦੋਂ ਫਸਲ ਪੱਕਦੀ ਹੈ ਤੇ ਉਹਨੂੰ ਗਾਹ ਲਿਆ ਜਾਂਦਾ ਹੈ। ਕਾਰ ਸਿੰਘ ਜੀ, ਉਹ ਗਾਣੇ ਨੂੰ ਅੰਗਰੇਜ਼ੀ 'ਚ ਕੀ ਕਹਿ ਸਕਦੇ ਆ? ਦਾਣੇ ਅੱਡ ਕਰ ਲਈਦੇ ਆ ਤੇ ਝਾੜ ਅਲੱਗ ਹੋ ਜਾਂਦਾ, ਯਾਦ ਨਹੀਂ ਹੈ ਹਨਾ? ਓਕੇ, Threshing. ਥ੍ਰੈਸ਼ਿੰਗ। ਉਹ ਹੁੰਦਾ ਨਾ ਕ੍ਰੈਸ਼ਰ, ਕ੍ਰੈਸ਼ਰ ਲੱਗੇ ਹੁੰਦੇ ਨੇ ਚੌਲਾਂ ਦੇ, Threshing. ਮਸ਼ੀਨਾਂ। ਥ੍ਰੈਸ਼ਿੰਗ, Threshing. I think they beat the TRESH। TR. ਹਾਂਜੀ ਹਾਂਜੀ ਹਾਂਜੀ, ਯਾ ਹਾਂਜੀ ਮਨਜੀਤ ਜੀ। No, you were asking the spelling THRASHING, thrashing. Thrashing, okay. Thrashing. Thrashing, ਨਹੀਂ, ਥ੍ਰੈਸ਼, THRE, ਥ੍ਰੈਸ਼। ਅੱਛਾ ਥ੍ਰੈਸ਼, ਠੀਕ ਹੈ। So I think it's A, but I could be wrong. ਚਲੋ ਚਲੋ, ਗੀਤ ਗੁਣ ਗਾ, ਅੱਖਰਾਂ ਦੇ ਨਾਲ ਮੈਂ ਤੇਰੇ ਗੁਣਾਂ ਨੂੰ ਗਾਉਣਾ। ਭਾਵ I can filter it out ਕਿ ਇਹ ਤੇਰਾ ਗੁਣ ਹੈ ਕਿ ਨਹੀਂ ਹੈ। ਸਭ ਗੁਣ ਤੇਰੇ, ਮੈਂ ਨਾ ਹੀ ਕੋਏ। ਇਹ ਕਿੱਥੋਂ ਆਉਂਦਾ ਮੇਰੇ ਕੋਲ? ਗਾ ਕੇ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, ਝੋਲ ਅੰਮ੍ਰਿਤ ਪੀਜੈ। ਇਹ ਕਿੱਥੋਂ ਆਏਗਾ? ਥ੍ਰੈਸ਼ ਕਰਕੇ, ਗਾ ਕੇ। ਅਖਰੀ ਗਿਆਨ ਗੀਤ, ਅਖਰੀ ਲਿਖਣ, ਬੋਲਣ, ਬਾਣ। ਬਾਣ ਜਿਹੜਾ ਲਫ਼ਜ਼ ਹੈ ਵਿਆਕਰਨਕ ਤੌਰ ਤੇ ਇਹ ਬਾਣੀ ਤੋਂ ਬਾਣ ਬਣਿਆ, ਕਿਉਂਕਿ ਬਾਣੀ ਬੋਲੀ, ਬੋਲ ਬਾਣੀ ਜਿਹਨੂੰ ਕਹਿੰਦੇ ਆ ਅਸੀਂ, language. ਤੇ ਹਾਂਜੀ, ਤੇ ਬੋਲ ਬਾਣੀ ਲਫ਼ਜ਼ ਅਸੀਂ ਕਹਿੰਦੇ ਨਾ, ਇਹਦੀ ਤੇ ਬੋਲ ਬਾਣੀ ਬੜੀ ਭੈੜੀ ਹੈ। ਮੀਨਸ ਇਹ ਜਿਹੜਾ ਇਹਦਾ ਢੰਗ ਹੈ, ਵੇ ਆਫ ਸਪੀਕਿੰਗ, ਇਹ ਬੜਾ ਕੌੜਾ ਹੈ, ਬੜਾ ਚੰਗਾ ਹੈ, ਦੈਟ ਬੋਲ ਬਾਣੀ। ਸੋ ਇੱਥੇ ਬਾਣ ਤੋਂ ਭਾਵ ਬਾਣੀ, ਬਾਣੀ ਦਾ ਮਤਲਬ ਹੈ ਬੋਲੀ। ਸੋ ਅੱਖਰਾਂ
ਅਖਰੀ ਲਿਖਣ ਬੋਲਣ ਬਾਣ we seek help of the words of the alphabets to write, to speak. ਹੁਣ ਇਹ ਸਾਰਾ ਕਿੱਥੋਂ ਆ ਰਿਹਾ ਹੈ? ਤੇਰੀ ਕੁਦਰਤ ਤੋਂ ਆ ਰਿਹਾ ਹੈ ਕਿ ਇਸ ਕੁਦਰਤ ਦੇ ਵਿੱਚ ਇਸ ਤਰ੍ਹਾਂ ਮੈਨੂੰ ਸਮਝਾਇਆ ਗਿਆ ਹੈ। ਦੂਜੇ ਪਾਤਸ਼ਾਹ ਨੇ ਗੁਰਮੁਖੀ ਅੱਖਰ ਬੱਚਿਆਂ ਨੂੰ ਪੜ੍ਹਾਉਣੇ ਸ਼ੁਰੂ ਕੀਤੇ ਸੀ ਤੇ ਸਾਡੇ ਬਜ਼ੁਰਗਾਂ ਨੇ ਕਿਸੇ ਵੇਲੇ ਇਹ ਐਂਡੇਵਰ ਕੀਤਾ ਤੇ ਸਾਰਿਆਂ ਦੇ ਲਈ ਇਹ ਲਿਖਿਆ ਗਿਆ, ਇਟ ਵਾਸ ਐਨ ਆਰਡਰ ਕਾਈਂਡ ਆਫ, ਕਿ ਗੁਰਮੁਖੀ ਅੱਖਰ ਹਰ ਇੱਕ ਸਿੱਖ ਪਰਿਵਾਰ ਚ ਸਿੱਖ ਬੱਚੇ ਨੂੰ ਪੜ੍ਹਾਉਣੇ ਹੈ ਜ਼ਰੂਰੀ। ਕਿਉਂ? ਕਿ ਜੇ ਗੁਰਮੁਖੀ ਨਹੀਂ ਆਉਂਦੀ ਤੇ ਗੁਰੂ ਗ੍ਰੰਥ ਦਾ ਪਾਠ ਨਹੀਂ ਕਰ ਸਕੇਗਾ। ਅੱਜ ਵਾਂਗੂ ਨਹੀਂ ਸੀ ਕਿ ਕੋਈ ਨਹੀਂ ਗੁਰਮੁਖੀ ਨਹੀਂ ਆਉਂਦੀ, ਅੰਗਰੇਜ਼ੀ ਚ ਪੜ੍ਹ ਲਓ, ਫਿਰ ਉਹਨੂੰ ਸਮਝ ਨਹੀਂ ਆਉਂਦੀ ਅੰਗਰੇਜ਼ੀ ਚ, ਫਿਰ ਉਹਦੀ ਪ੍ਰੋਬਲਮ ਆਉਂਦੀ ਹੈ। ਸੋ ਇਹ ਲੋੜ ਸੀ ਉਦੋਂ, ਅੱਜ ਵੀ, ਕਿ ਜੇ ਤੁਸੀਂ, ਜਿਸ ਤਰ੍ਹਾਂ ਅਸੀਂ ਜਦੋਂ ਇੱਥੇ ਆਉਂਦੇ ਸਾਂ ਕੁਝ ਸਾਲ ਪਹਿਲੋਂ, ਐਨ ਐਗਜ਼ਾਮਪਲ ਫਰਮ ਦਾ ਐਨਵਾਇਰਨਮੈਂਟ, ਤੇ ਅਸੀਂ ਆਪਣੇ ਬਜ਼ੁਰਗਾਂ ਨੂੰ ਹੀ ਬੁਲਾ ਲੈਂਦੇ ਸਾਂ, ਮੰਮੀ ਪਾਪਾ, ਮਤਲਬ ਬੱਚਿਆਂ ਦੇ ਦਾਦਾ ਦਾਦੀ ਨਾਨਾ ਨਾਨੀ, ਉਹਨਾਂ ਨੂੰ ਪੰਜਾਬੀ ਆਉਂਦੀ ਹੁੰਦੀ ਸੀ। ਤੇ ਸਾਡੇ ਘਰਾਂ ਚ ਅਕਸਰ ਐਕਸਪੈਰੀਮੈਂਟ ਹੋਇਆ ਜਾਂ ਐਕਸਪੀਰੀਅੰਸ ਹੋਇਆ, ਉਹ ਬੱਚੇ ਇੰਨੇ ਸਿਆਣੇ ਸਨ, ਉਹਨਾਂ ਨੇ ਪੰਜਾਬੀ ਸਿੱਖੀ ਨਹੀਂ ਸੀ ਹੁੰਦੀ, ਪਰ ਅਸੀਂ ਉਹਨਾਂ ਨੂੰ ਸਮਝਾ ਦੇਈਦਾ ਸੀ ਤੇ ਸਾਡੇ ਨਾਲ ਆ ਕੇ ਇੰਗਲਿਸ਼ ਬੋਲਦੇ ਸਨ ਤੇ ਦਾਦਾ ਦਾਦੀ ਨਾਨਾ ਨਾਨੀ ਦੇ ਨਾਲ ਜਾ ਕੇ ਪੰਜਾਬੀ ਚ ਬੋਲਦੇ ਸਨ। ਨਾਨੀ ਤੁਸੀਂ ਕੀ ਪੀਓਗੇ? ਬੜੀ ਮਿੱਠੀ ਜੀ ਪੰਜਾਬੀ, ਮਤਲਬ ਗੋਰਿਆਂ ਵਾਲੀ ਪੰਜਾਬੀ। Am I making sense? ਸਾਡੇ ਬੱਚਿਆਂ ਦੀ ਜਿਹੜੀ ਰਿਸੀਵਿੰਗ ਪਾਵਰ ਹੈ, ਰਿਸੈਪਟਰਸ ਨੇ, ਉਹ ਇੰਨੇ ਸਟਰੋਂਗ ਹੁੰਦੇ ਹੈ। ਇਸੇ ਕਰਕੇ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਗੁਰਮੁਖੀ ਅੱਖਰ ਪੜ੍ਹਾਉਣੇ ਜ਼ਰੂਰੀ ਨੇ। ਵੱਖਰੀ ਗੱਲ ਹੈ ਅਸੀਂ ਨਹੀਂ ਕੀਤਾ ਫॉर ਐਨੀ ਰੀਜ਼ਨ, ਵਿਚ ਇਜ਼ ਫਾਈਨ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਿਖਾਣ। ਹੁਣ ਅੱਖਰਾਂ ਦੀ ਰਾਹੀਂ ਲੋੜ ਹੈ ਕਿ ਮੇਰਾ ਰੱਬ ਜੀ ਦੇ ਨਾਲ ਤਾਅਲੁਕ, ਕੰਸਰਨ, ਰਿਲੇਸ਼ਨਸ਼ਿਪ ਬਿਆਨਿਆ ਜਾ ਸਕਦਾ ਹੈ। ਮੈਂ ਰੱਬ ਜੀ ਨੂੰ ਪੂਜਦਾ, ਮੈਂ ਸਿੱਖ ਹਾਂ, ਮੈਂ ਗੁਰਦੁਆਰੇ ਜਾਣਾ, ਮੈਂ ਨਹੀਂ ਜਾਂਦਾ। ਸੰਜੋਗ ਜਿਹਨੂੰ ਕਹਿੰਦੇ ਆ ਨਾ, ਕਿ ਸਾਡਾ ਰਿਲੇਸ਼ਨਸ਼ਿਪ ਬਣ ਗਿਆ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਉਹ ਵਾਲਾ ਸੰਜੋਗ, ਮੈਂਟ ਟੂ ਬੀ ਵਾਲਾ ਨਹੀਂ ਹੈ। ਜਿਹੜਾ ਵੀ ਰਿਲੇਸ਼ਨਸ਼ਿਪ ਅਸੀਂ ਜੋੜਨਾ ਹੈ ਵਾਹਿਗੁਰੂ ਦੇ ਨਾਲ, ਗੁਰੂ ਦੇ ਨਾਲ, ਇਟ ਇਜ਼ ਐਕਸਪ੍ਰੈਸਿਬਲ ਥਰੂ ਵਰਡਸ। ਹੁਣ ਕਹਿੰਦੇ ਜਿਨੇ ਲਿਖੇ ਤੇ ਸਿਰ ਨਾ ਹੈ। ਹੁਣ ਇੱਥੇ ਥੋੜਾ ਜਿਹਾ ਟ੍ਰੈਡੀਸ਼ਨਲ ਅਰਥ ਜਿਹੜੇ ਨੇ ਉਹ ਹੈਗੇ ਨੇ ਕਿ ਜਿਨੇ ਅਕਾਲ ਪੁਰਖ ਨੇ ਜੀਵਾਂ ਦੇ ਸੰਜੋਗ ਲਿਖੇ ਨੇ, ਇਹ ਅੱਖਰ ਲਿਖੇ ਨੇ, ਉਹਨਾਂ ਦੇ ਸਿਰ ਉੱਤੇ ਕੋਈ ਲੇਖ ਨਹੀਂ ਹੈ। What does it mean? To me it looks like ਕਿ ਜਿਸ ਸ਼ਖਸ ਨੇ ਇਹ ਵਾਲੇ ਸੰਜੋਗ ਅੱਖਰਾਂ ਦੇ ਰਾਹੀਂ ਰੱਬ ਜੀ ਦੇ ਨਾਲ ਰਿਲੇਸ਼ਨਸ਼ਿਪ, ਇਹ ਮੈਨੂੰ ਬੈਸਟੋਮੈਂਟ ਨਹੀਂ ਹੋਣੀ, ਇਹ ਮੇਰਾ ਆਪਣਾ ਐਫਰਟ ਹੈ। I want to have relationship with my dad. It's my effort. ਕਿਸੇ ਗੁਆਂਢੀ ਨੇ ਆ ਕੇ ਮੈਨੂੰ ਮੇਰਾ ਹੱਥ ਨਹੀਂ ਮਿਲਾ ਦੇਣਾ। ਸੋ ਉਸੇ ਤਰ੍ਹਾਂ ਜਿਨ ਇਹ ਲਿਖੇ, ਜਿਨ ਦਾ ਮੈਣਾ ਹੈ ਜਿਸ ਨੇ, ਜਿਨ ਦਾ ਮੈਣਾ ਜਿਨ੍ਹਾਂ ਨੇ ਵੀ ਹੈ, ਜਿਨ ਦਾ ਮੈਣਾ ਉਹਨੇ ਵੀ ਹੈ। ਇੱਥੇ ਜਿਨ ਦਾ ਮੈਣਾ ਜਿਸ ਨੇ, ਜਿਸ ਨੇ ਇਹ ਲੇਖ ਲਿਖ ਲਏ। ਕਿੱਥੇ ਲਿਖ ਲਏ ਲੇਖ? ਜਿਨ ਇਹ ਲਿਖੇ ਇੱਥੇ, ਅੱਖਰ ਇੱਥੇ ਲਿਖਣੇ। ਅਸੀਂ ਕਹਿੰਦੇ ਹਾਂ ਅਕਸਰ, ਅੱਜ ਵੀ ਗੱਲ ਹੋ ਰਹੀ ਸੀ ਕਿਸੇ ਨਾਲ, ਤੁਸੀਂ ਲੋਕਾਂ ਨੇ ਜਿਨ੍ਹਾਂ ਨੇ ਡਾਕਟਰੀ ਪੜ੍ਹੀ, ਤੁਸੀਂ ਕਿੰਨੀ ਪੜ੍ਹਾਈ ਕੀਤੀ ਤੇ ਕਿਤਾਬਾਂ ਪੜ੍ਹੀਆਂ, ਉਹ ਸਾਰਾ ਕੁਝ ਜਿਹੜਾ ਸੀ ਇੱਥੇ ਬੈਠ ਗਿਆ। ਇੱਥੇ ਨਹੀਂ ਬੈਠਾ। ਉਹ ਕਹਿੰਦਾ ਇਹਦੀ ਮੱਤ ਪਿੱਛੇ ਹੈ, ਮੱਤ ਇੱਥੇ ਰਹਿ ਗਈ ਸਾਰੀ।
ਜੋ ਕੁਝ ਪੜਿਆ, ਇਟ kept on accumulating. ਲੋਕਾਂ ਨੇ ਮੌਜਾਂ ਕੀਤੀਆਂ, ਪਾਰਟੀਆਂ ਕੀਤੀਆਂ, ਨਹੀਂ ਮੈਂ ਪੜ੍ਹਾਈ ਕਰਨੀ ਹੈ, ਨਹੀਂ ਮੇਰਾ ਪੇਪਰ ਹੈ, ਨਹੀਂ ਮੇਰਾ ਟੈਸਟ ਹੈ, ਬਲਾ ਬਲਾ ਬਲਾ, ਐਫਰਟ ਕਰਕੇ ਇਹ ਅੱਖਰ ਇੱਥੇ। ਤੇ ਹੁਣ ਜਦੋਂ ਤੁਸੀਂ ਪ੍ਰੈਕਟਿਸ ਕਰਦੀਆਂ ਹੋ ਤੇ ਉਹ ਅੱਖਰ ਕਿਸ ਤਰ੍ਹਾਂ ਰਿਪਰੋਡਿਊਸ ਹੁੰਦੇ ਨੇ। ਐਮ ਆਈ ਮੇਕਿੰਗ ਸੈਂਸ? ਕਿ ਅੱਖਰ ਇੱਥੇ ਕਿੰਨੇ ਲਿਖੇ? ਮੈਂ ਲਿਖੇ। That's what I want to say. ਜਿਨੇ ਲਿਖੇ ਤਿਸ ਸਿਰ ਨਾ ਹੈ, ਫੇਰ ਸਿਰ ਨਾ, he or she cannot be ਸਿਰ ਨਾ ਹੈ, ਮਤਲਬ ਉਹਦਾ ਦੋਸ਼ ਨਹੀਂ ਹੈ। ਦੋਸ਼ ਨੂੰ ਕਿਹਨੂੰ ਕਹਿੰਦੇ ਆ? ਉਹਦਾ ਫਾਲਟ ਨਹੀਂ ਹੈ। he cannot be held responsible for ignoring ਵਾਹਿਗੁਰੂ ਜੀ, for not having the relationship with ਵਾਹਿਗੁਰੂ ਜੀ। ਜਿਸ ਨੇ ਇਹ ਸਿਫਤੋ ਸਲਾਹ ਕਰ ਕਰਕੇ ਇੱਥੇ ਬਿਠਾ ਲਿਆ, ਐਫਰਟ ਕੀਤੀ ਹੈ ਨਾ, ਤੇ ਉਹਨੇ he is not liable, he is not responsible, he cannot be held responsible. ਕਿਉਂ? ਫਿਰ ਜਿਸ ਹੁਣ ਇੱਥੇ ਹੈ ਕਿ he is always, I have a relationship with ਵਾਹਿਗੁਰੂ ਜੀ and I can be ਕੁਦਰਤ ਕਮਨ ਕਹਾ, I am very much aware ਕਿ ਪਾਸ਼ਾ ਮੈਂ ਨਹੀਂ ਕਰ ਸਕਦਾ ਆਪਣੀ ਮਰਜ਼ੀ ਨਾਲ, ਇਹ ਤੂੰ ਕਰਾਇਆ ਤੇ ਮੈਂ ਕਰਾਇਆ। ਮੈਂ ਉਹੀ ਕੁਝ ਕਰ ਸਕਿਆ ਜੋ ਕੁਝ ਤੂੰ ਮੈਨੂੰ enable ਕੀਤਾ ਹੈ। Am I making sense? ਮੈਂ ਪੜ੍ਹਿਆ, ਪੜ੍ਹ ਕੇ ਮੈਂ ਇਹ ਕਹਿਣਾ ਕਿ ਮਤੇ ਕਿਧਰੇ ਮੈਨੂੰ ਹਉਮੈ ਨਾ ਆ ਜਾਏ, ਪਾਤਸ਼ਾਹ ਜੀ ਤੁਸੀਂ ਮੈਨੂੰ ਬਖਸ਼ਿਸ਼ ਕੀਤੀ, ਮੇਰੇ ਖਾਨੇ ਚ ਪਾਤਾ। ਜੇ ਤੁਸੀਂ ਝੁਰਲੂ ਫੇਰ ਦਿੰਦੇ ਤੇ ਮੈਂ ਬਲੈਂਕ ਆਊਟ ਹੋ ਜਾਂਦਾ, ਫਿਰ ਕੀ ਕਰਦਾ ਮੈਂ? Am I making sense? ਕੋਈ ਵੀ ਪੜ੍ਹਾਈ, ਚਾਹੇ ਉਹ ਦੁਨਿਆਵੀ ਹੈ, ਚਾਹੇ ਉਹ ਸਪਿਰਿਚੁਅਲ ਹੈ, that's how I take it. ਜੇ ਫਰਮਾਏ ਤਿਵ ਪਾਏ, ਜਿੱਦਾਂ ਫੇਰ ਤੇਰਾ ਹੁਕਮ ਹੈ, ਅਸੀਂ ਜਿਵ ਤੇਰਾ ਹੁਕਮ ਤੇ ਮੈਂ ਤੇ ਭੋਗਣਾ। ਬੇਸਿਕਲੀ ਗੱਲ ਕੀ ਹੈ ਕਿ ਜੇਤਾ ਕੀਤਾ ਤੇਤਾ ਨਾ, ਕਿਉਂਕਿ ਕ੍ਰੀਏਸ਼ਨ ਸਾਰੀ ਤੇਰੀ ਹੈ, ਅਸੰਖ ਨਾਮ ਵੀ ਸਾਰੇ ਤੇਰੇ ਨੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਫਿਰ ਉਹ ਹੈ ਨਾ ਵਿਸਮਾਦ ਨਾਦ, ਵਿਸਮਾਦ ਮੇਦ, ਵਿਸਮਾਦ ਵੇਖ ਵਿਡਾਣ ਰਿਹਾ ਵਿਸਮਾਦ। ਮੈਂ ਤੇਰੀ ਕੁਦਰਤ ਨੂੰ ਦੇਖ ਕੇ ਮੈਂ ਹੈਰਾਨ ਹੁੰਨਾ। ਕੁਦਰਤ ਕਰਕੇ ਵਸਿਆ ਸੋਏ ਬ੍ਰਹਮ ਵਿਚਾਰੇ, ਸੋ ਗਿਆਨੀ ਹੋਏ, ਸਮਥਿੰਗ ਹੈ ਨਾ। ਆਈ ਡੋਂਟ, ਮੈਨੂੰ ਯਾਦ ਨਹੀਂ ਸ਼ਾਇਦ। ਜੇ ਮੈਂ ਤੇਰੀ ਕੁਦਰਤ ਵੱਲ ਦੇਖਾਂ ਤੇ ਤੂੰ ਆਪੇ ਧਰਤੀ ਸ੍ਰਿਸ਼ਟੀ ਸਾਜੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ, ਦੁਈ ਕੁਦਰਤ ਸਾਜੀ ਕਰ ਆਸਨ ਡਿਠੋ ਚਾ। ਸਾਰੀ ਕੁਦਰਤ ਤੇਰੀ ਹੈ ਤੇ ਤੂੰ ਇਹਨੂੰ ਬਣਾਉਣ ਵਾਲਾ ਹੈ। ਤੇਰੀ ਖਾਸੀਅਤ ਇਹ ਹੈ ਪਾਤਸ਼ਾਹ ਜੀ ਕਿ ਤੂੰ ਇਹਨੂੰ ਬਣਾ ਕੇ ਇਹਦੇ ਵਿੱਚ ਹੀ ਬਹਿ ਗਿਆ। ਕਰਤਾ ਵੀ ਹੈ ਤੇ ਤੂੰ ਪੁਰਖ ਵੀ ਹੈ। ਪਿੱਛੇ ਜੇ ਕਾਰ ਸਿੰਘ ਨੇ ਬੇਨਤੀ ਕਰਾਂਗੇ ਇਹਨਾਂ ਨੂੰ ਅੱਜ ਫੇਰ, ਉਹ ਕਰਤਾ ਪੁਰਖ ਦੀ ਜਿਹੜਾ ਕਨਸੈਪਟ ਹੈ ਨਾ, ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਸਾਰੇ ਮੂਲ ਮੰਤਰ ਦੇ ਵਿੱਚੋਂ ਕਰਤਾ ਪੁਰਖ ਇਜ਼ ਸਚ ਐਨ ਇੰਪੋਰਟੈਂਟ ਫੀਚਰ ਪਾਤਸ਼ਾਹ ਦਾ, ਰੱਬ ਜੀ ਦਾ ਪਿਕੂਲੈਰਿਟੀ। ਤੂੰ ਕਰਤਾ ਵੀ ਹੈ, ਤੂੰ ਪੁਰਖ ਵੀ ਹੈ, ਤੂੰ ਸ੍ਰਿਸ਼ਟੀ ਵੀ ਬਣਾਈ ਹੈ, ਤੂੰ ਵਿਚਕਾਰ ਆਪ ਵੀ ਬੈਠਾ। ਤੇ ਕਿਹੜੀ ਤਾਕਤ, ਕਿਹੜੀ ਅਕਲ ਮੈਨੂੰ ਕਹਿੰਦੀ ਹੈ ਕਿ ਆਈ ਡਿਡ ਇਟ? ਕਿਹੜੀ ਅਕਲ ਕਹਿੰਦੀ ਹੈ ਕਿ ਮੈਂ ਵਿਚਾਰ ਕੀਤੀ? ਕਿਹੜੀ ਅਕਲ ਕਹਿੰਦੀ ਹੈ ਕਿ ਮੈਂ ਪੜ੍ਹਾਈ ਕੀਤੀ? ਆਫ ਕੋਰਸ ਜੇ ਤੂੰ ਨਹੀਂ ਚਾਹੇਗਾ ਮੈਂ ਨਹੀਂ ਕਰ ਸਕਦਾ, ਇਹ ਅਹਿਸਾਸ ਹੈ ਬਸ। ਕਰਨਾ ਸਾਰਾ ਕੁਝ ਮੈਂ। ਲੈਟਸ ਨਾਟ ਬੀ ਕਨਫਿਊਜ਼ਡ।
I have to do it, but under the realm of your grace. ਇਹ ਨਾ ਭੁੱਲੀ, under the realm of your grace is the out of the parenthesis thing. ਜੇਤਾ ਕੀਤਾ ਤੇਤਾ ਨਾ, ਜੋ ਕੁਝ ਦਿਸਦਾ ਪਿਆ ਨਾ ਉਹ ਸਾਰਾ ਹੀ ਨਾਮ ਹੈ, ਨਾਮ ਕੇ ਤਾਰੇ ਸਗਲੇ ਜੰਤ। ਤੇ ਵਿਣ ਨਾਮ ਹੈ ਨਾ ਹੀ ਕੋਥਾ। ਜੇ ਮੈਂ ਕਿਸੇ ਚੀਜ਼ ਨੂੰ ਦੇਖ ਰਿਹਾ, ਜੇ ਮੈਂ ਕਿਸੇ ਚੀਜ਼ ਨੂੰ ਇਮੇਜਿਨ ਕਰ ਰਿਹਾ, ਉਹ ਨਾਮ ਤੋਂ ਬਾਹਰ ਨਹੀਂ ਹੈ, ਵਰਲਡਲੀ ਐਜ਼ ਵੈਲ ਐਜ਼ ਸਪਿਰਿਚੁਅਲੀ। ਉਹਦਾ ਨਾਮ ਜ਼ਰੂਰ ਹੈਗਾ, ਪਰ ਉਹ ਨਾਮ ਦੇ ਰਲਮ ਦੇ ਵਿੱਚ ਹੈ, ਨਾਮ ਦੇ ਡੋਮੇਨ ਦੇ ਵਿੱਚ ਹੈ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ। ਮੈਨੂੰ ਏਦਾਂ ਦੀ ਸਮਝ ਆਉਂਦੀ ਹੈ ਕਿ ਇਹ 4 ਪੌੜੀਆਂ ਦੇ ਵਿੱਚ ਪਾਤਸ਼ਾਹ ਜੀ ਉਹਦੀ ਬੇਅੰਤਤਾ, ਉਹਦੀ ਇਨਫਿਨਿਟਨੈਸ ਤੇ ਸਾਨੂੰ ਇਹ ਅਸ਼ਰਿੰਗ ਕਿ ਦੇਖ ਭਾਈ, ਜੇ ਤੇਰਾ ਗੋਲ ਸਚਿਆਰ ਹੈ ਨਾ ਤੇ ਤੂੰ ਇਸ ਸਿਸਟਮ ਨੂੰ ਫੋਲੋ ਕਰਨਾ ਪਏਗਾ। ਹਰ ਵੇਲੇ ਤੈਨੂੰ ਆਪਣੇ ਅਵੇਅਰਨੈਸ ਦੇ ਰੈਲਮ ਚ ਲੈਣਾ ਪਏਗਾ, ਸੋ ਦੈਟ ਤੂੰ ਉਹਨੂੰ 1 ਮਿੰਟ ਲਈ ਵੀ ਇਗਨੋਰ ਨਾ ਕਰ ਪਾਏ। ਕਹਿਣਾ ਤੂੰ ਹੈ ਗਾਵੈ ਕੋ ਤਾਣ ਹੋਵੇ ਕਿਸੇ ਤਾਂ, ਗਾਵੈ ਕੋ ਦਾਤ ਜਾਣੇ ਨਿਸ਼ਾਨ। ਕਹਿਣਾ ਤੂੰ ਹੈ, ਪਰ ਮੰਨਣਾ ਇਹ ਹੈ ਕਿ ਪ੍ਰੈਵਲੈਂਟ ਜਿਹੜਾ ਹੈ ਉਹ ਪਾਤਸ਼ਾਹ ਤੂੰ ਹੈ। You are the main power behind every deed of mine, behind every deed of everyone. ਕਾਰ ਸਿੰਘ ਜੀ ਪਲੀਜ਼ ਕਿਰਪਾ ਕਰੋਗੇ, ਕਰਤਾ ਪੁਰਖ ਦੀ ਇੱਥੇ ਲੋੜ ਸੀਗੀ। ਹੈ once again please, ਗੁਰੂ ਪਿਆਰਿਓ, it is very much in the context। ਤੇ ਵੈਸੇ ਤੇ there is another way of looking at ਕਿ ਸਾਰੇ ਗੁਰੂ ਗ੍ਰੰਥ ਨੂੰ ਜੇ ਇੱਕ ਪੇੜ ਮੰਨ ਲਿਆ ਜਾਏ ਤੇ ਜਪਜੀ ਉਹਦਾ ਟਰੰਕ ਹੈ, ਤੇ ਉਹਦੀ ਜਿਹੜੀ ਰੂਟ ਹੈ ਉਹ ਕਿਵੇਂ ਸਚਿਆਰਾ ਹੋਈ, ਤੇ ਉਹਦੇ ਰੂਟ ਦਾ ਜਿਹੜਾ ਬੀਜ ਹੈ ਨਾ, ਉਹ 9 ਐਟਰੀਬਿਊਟਸ ਨੇ। 9 ਐਟਰੀਬਿਊਟਸ ਤੋਂ ਇੱਕ ਬੀਜ ਤੋਂ ਜਿਸ ਤਰ੍ਹਾਂ ਕਈ ਪੌਦੇ ਨਿਕਲ ਜਾਂਦੇ ਆ, ਇਸ ਤਰ੍ਹਾਂ 9 ਐਟਰੀਬਿਊਟਸ ਤੋਂ ਟੋਟਲ ਕਨਸੈਪਟ ਆਫ ਗੁਰਬਾਣੀ ਨਿਕਲ ਆਉਂਦਾ ਹੈ। ਜਿਸ ਬੰਦੇ ਨੂੰ 9 ਐਟਰੀਬਿਊਟਸ ਪਤਾ ਨੇ ਉਹ ਕਦੀ ਵੀ ਨਹੀਂ ਭੁੱਲੇਗਾ। ਲੋੜ ਹੈ, ਸੌਰੀ ਕਰ ਸਿੰਘ ਜੀ 2 ਮਿੰਟ, ਮੈਂ ਗੱਲ ਨਿਕਲ ਆਈ ਕੁਛ ਹੋਰ। ਲੋੜ ਹੈ ਮੈਨੂੰ ਕਿ ਮੈਂ ਆਪਣੀ ਅਵੇਅਰਨੈਸ ਦੀ ਕੈਪ ਪਾ ਕੇ ਰੱਖਾਂ। 1 9 ਐਟਰੀਬਿਊਟਸ ਨੂੰ ਹਰ ਵੇਲੇ ਚੇਤੇ ਰੱਖਾਂ। ਇੱਥੇ ਸਵਾਲ ਆ ਗਿਆ ਕੱਲ ਦੇ ਕਨੈਕਸ਼ਨ ਦੇ ਵਿੱਚ, ਕੱਲ ਵਾਲੀ ਕਲਾਸ ਦੇ ਕਨੈਕਸ਼ਨ 'ਚ, ਜਦੋਂ ਅਸੀਂ ਆਮ ਦੁਨੀਆ ਦੇ ਵਿੱਚ ਵਿਚਰਦੇ ਹਾਂ ਤੇ ਮੈਂ ਕਹਿੰਦਾ ਕਿ ਮੈਂ ਇਹ ਨਾਲ ਦੋਸਤੀ ਪਾਣੀ ਹੈ, ਸੋ ਸਾਡਾ ਮੋਡਸ ਆਪਰੈਂਡੀ ਕੀ ਹੁੰਦਾ ਹੈ ਦੁਨਿਆਵੀ ਪੱਧਰ ਤੇ? we introduce ourselves, I am so and so, you are so and so, ਇਹੀ ਹੁੰਦਾ ਨਾ ਜੀ, ਪਲੀਜ਼, ਹੈ ਨਾ? ਅੱਛਾ, ਉਸ ਤੋਂ ਬਾਅਦ ਨੈਕਸਟ ਸਟੈਪ ਕੀ ਹੁੰਦਾ? ਚਲੋ ਆਪਾਂ ਇਕੱਠੇ ਪੜ੍ਹਦੇ ਹਾਂ। ਉਹ ਯਾ ਉਹ you like green color? I don't like green। ਦੂਜੀ ਦਾ ਮੂੰਹ ਬਣ ਜਾਂਦਾ ਹੈ, okay no problem, I'll start wearing green, don't worry, I want to be your friend। ਇਹੀ ਹੁੰਦਾ ਨਾ, give and take। in dunyavi paddar, if we want to do friendship with someone, establish relation with someone, ਕੀ ਕਰਦੇ ਹਾਂ ਅਸੀਂ? give and take। ਇਹੀ ਕਰਦੇ ਹਾਂ, right or wrong? ਇਸੇ ਤਰ੍ਹਾਂ ਕਹਿੰਦੇ ਨੇ ਜੇ ਤੂੰ ਗੁਰੂ ਨਾਨਕ ਨੂੰ ਦੋਸਤ ਬਣਾਉਣਾ ਹੈ
ਜੇ ਤੂੰ ਇਹ ਕਹਿਣਾ ਹੈ ਕਿ ਮੇਰਾ ਮਿੱਤਰ ਬਣ, ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਨਾ ਵਿਛੋੜ, ਤੇ ਜਿਹੜੀਆਂ ਉਹਦੀਆਂ ਆਦਤਾਂ ਨੇ ਨਾ ਉਹ ਤੂੰ ਪਾ ਲੈ। ਹਾਈਪੋਥੈਟਿਕਲੀ ਜੇ ਮੈਂ 9 ਫੀਚਰਸ ਆਪਣੇ ਅੰਦਰ ਲੈ ਆਵਾਂ ਤੇ ਕੀ ਮੈਂ ਸਚਿਆਰ ਹੋ ਗਿਆ ਨਾ? ਹੋ ਸਕਦਾ ਨਾ? ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਮੈਂ ਰੋਜ਼ ਕਹਿਣਾ ਵਾਂ ਕਿ ਕਰਤਾ ਪੁਰਖ ਅਕਾਲ ਮੂਰਤ ਅਜੂਨੀ, ਕਿ ਮੇਰਾ ਮਾਲਕ ਅਜੂਨਾ, ਜੂਨਾ ਦੇ ਵਿੱਚ ਨਹੀਂ ਆਂਦਾ, ਤੇ ਫਿਰ ਮੈਂ ਕਿਹੜੇ ਬੂਥੇ ਦੇ ਨਾਲ ਕਹਿਣਾ ਕਿ ਗੁਰਬਾਣੀ ਦੇ ਵਿੱਚ ਜੂਨਾ ਹੈਗੀ? ਥਾਟ ਫॉर ਯੂ ਟੂ ਨਿਬਲ। ਹਾਂਜੀ ਕਰ ਸਿੰਘ, ਐਵੇਂ ਮੈਨੂੰ ਸੋਚ ਆਈ ਤੇ ਮੈਂ ਸ਼ੇਅਰ ਕਰ ਲਿਆ। ਕੋਈ ਨਹੀਂ, ਥੈਂਕ ਯੂ। ਅੱਛਾ, ਕੋਈ ਗੱਲਾਂ ਅਸੀਂ ਸੁਣਦੇ ਹਾਂ ਤੇ ਪੜ੍ਹਦੇ ਹਾਂ ਤੇ ਸਮਝਦੇ ਹਾਂ, ਪਰ ਜੋ ਪੜ੍ਹਿਆ ਵਾ, ਜੋ ਸਮਝਿਆ ਵਾ, ਤੇ ਉਹਦੇ ਪ੍ਰਤੀ ਕੀ ਮੇਰਾ ਪਰਸਨਲ ਐਕਸਪੀਰੀਅੰਸ ਕੀ ਹੈ, ਕਿ ਜਿਹੜੀ ਗੱਲ ਮੈਂ ਕਰਦਾ ਵਾਂ ਕਰਤਾ ਪੁਰਖ, ਕੀ ਉਹ ਸਿਰਫ ਕਹਿਣ ਜੋਗੀ ਆ, ਪੜ੍ਹਨ ਯੋਗ ਆ, ਜਾਂ ਸਿਰਫ ਗਾਉਣ ਵਾਸਤੇ ਆ? ਅੱਛਾ, ਪਰਸਨਲ ਐਕਸਪੀਰੀਅੰਸ ਤਾਂ ਹੀ ਹੋਏਗਾ ਜੇ ਮਨੁੱਖ ਆਪਣੇ ਅੰਦਰ ਵਸਦੇ ਪਰਮਾਤਮਾ ਨੂੰ ਮਹਿਸੂਸ ਕਰੇਗਾ ਤੇ ਤਾਂ ਹੀ। ਹੁਣ ਜਿੱਦਾਂ ਵੀ ਕਈ ਵਾਰੀ ਮੈਂ ਗੱਲ ਕਰਦਾ ਹੁੰਦਾ ਵੀ ਰੱਬ ਨੂੰ ਪੁੱਛੇ ਕਿ ਰੱਬ ਕਿੱਥੇ ਰਹਿੰਦਾ ਵਾ? ਹਾਂਜੀ, ਇਹ ਮਨੁੱਖ ਜਿਹੜਾ ਵਾ ਨਾ, ਇਹਨੇ ਪਤਾ ਕੀ, ਇਹਨੇ ਸਮਝਿਆ ਕਿ ਜਿਹੜਾ ਪਰਮਾਤਮਾ ਨਾ ਉਹ ਕਿਤੇ ਬਾਹਰ ਰਹਿੰਦਾ ਵਾ। ਬਾਹਰ ਵੀ ਹੈ ਆ ਦੂਜਿਆਂ ਦੇ ਵਿੱਚ, ਪਰ ਮੇਰੇ ਵਿੱਚ ਵੀ ਹੈਗਾ। ਹਾਂਜੀ, ਤੇ ਜਿੱਦਾਂ ਗੁਰੂ ਸਾਹਿਬ ਕਹਿੰਦੇ ਆ ਨਾ ਵੀ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਕਹੋ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਜਿਹੜਾ ਮੇਰੇ ਭਰਮ ਬਣਿਆ ਹੋਇਆ, ਮੇਰਾ ਡਾਊਟਸ ਆ ਵੀ ਪਰਮਾਤਮਾ ਪਤਾ ਨਹੀਂ ਕਿੱਥੇ ਸਦਮੇ ਸਮਾਨ ਤੇ ਰਹਿੰਦਾ ਵਾ, ਬਾਹਰ ਰਹਿੰਦਾ ਵਾ, ਇਹ ਭਰਮ ਪਹਿਲਾਂ ਇਹ ਖਤਮ ਹੋਣਾ ਚਾਹੀਦਾ, ਇਹਨੂੰ ਰਿਮੂਵ ਕਰਨਾ ਪਏਗਾ, ਤੇ ਫਿਰ ਜਿਹੜਾ ਅੰਦਰ ਵਸਦਾ ਪਰਮਾਤਮਾ ਵਾ ਉਹ ਦਿਖੇਗਾ। ਹੁਣ ਜਿਹੜਾ ਵੀਰ ਜੀ ਨੇ ਸ਼ਬਦ ਸਾਂਝਾ ਕੀਤਾ, ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਵੀ ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਦੇਖੋ, ਹੁਣ ਗੁਰੂ ਨਾਨਕ ਇਹ ਕਲਮ ਨਾਲ ਜਾਂ ਪੈਨ ਨਾਲ ਇਹ ਅੱਖਰ ਲਿਖ ਰਿਹਾ ਵਾ, ਪਰ ਉਹ ਕ੍ਰੈਡਿਟ ਨਹੀਂ ਲੈ ਰਹੇ, ਨਹੀਂ ਨਾ ਕ੍ਰੈਡਿਟ ਲੈ ਰਹੇ। ਗੁਰੂ ਨਾਨਕ ਨੂੰ ਪਤਾ ਕਿ ਮੇਰੇ ਵਿੱਚ ਬੈਠਾ ਜਿਹੜਾ ਸੱਚਾ ਪਾਤਸ਼ਾਹ ਨਾ, ਉਹ ਹੀ ਇਹ ਲਿਖ ਰਿਹਾ ਵਾ। ਜਿਵ ਫਰਮਾਏ ਤਿਵ ਤਿਵ ਪਾਏ, ਜਿੱਦਾਂ ਮੇਰੇ ਅੰਦਰ ਬੈਠੇ ਮੇਰੇ ਮਾਲਕ ਨੇ ਇਹ ਅੱਖਰ ਜਿਹੜੇ ਨੇ ਮੈਨੂੰ ਫਰਮਾਏ, ਤੇ ਉਸੇ ਤਰ੍ਹਾਂ ਹੀ ਮੈਂ ਇਹ ਪਾਏ ਨੇ। ਹਾਂਜੀ, ਤੇ ਇਹ ਆ ਵੀ ਮੈਂ ਦੇਖਦਾ ਵੀ ਪਰਮਾਤਮਾ ਨੂੰ ਆਪਣੇ ਅੰਦਰ ਮਹਿਸੂਸ ਜ਼ਰੂਰ ਕਰਨਾ ਚਾਹੀਦਾ, ਉਹਨੂੰ ਮਿਲਣਾ ਚਾਹੀਦਾ, ਉਹ ਸਾਡੇ ਅੰਦਰ ਹੀ ਵਸਣ ਡਿਆ। ਹਾਂਜੀ, ਤੇ ਜਿੱਦਾਂ ਗੁਰੂ ਸਾਹਿਬ ਕਹਿੰਦੇ ਵੀ ਘਟ ਘਟ ਵਾਸੀ ਸਰਬ ਨਿਵਾਸੀ, ਨੇਰੇ ਹੀ ਤੇ ਨੇਰਾ, ਨਾਨਕ ਦਾਸ ਸਦਾ ਸ਼ਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਅੰਮ੍ਰਿਤ ਸੱਜਣ ਮੇਰਾ। ਹੁਣ ਪਰਮਾਤਮਾ ਤੋਂ ਹੀ ਵੱਖਰੇ ਨਹੀਂ, ਨਾ ਪਰਮਾਤਮਾ ਸਾਡੇ ਤੋਂ ਵੱਖਰਾ। ਸਾਨੂੰ ਇੱਕ ਉਹ ਫੀਲਿੰਗ, ਸਾਨੂੰ ਇੱਕ ਉਹ ਸਮਝ ਜਿਹੜੀ ਆ ਉਹ ਡਿਵੈਲਪ ਕਰਨੀ ਪਏਗੀ, ਤੇ ਉਹਨੂੰ ਫਿਰ ਗਾਹੇ ਬਗਾਹੇ ਜ਼ਿੰਦਗੀ ਦੇ ਵਿੱਚ ਸਾਸ ਨਾਲ, ਜ਼ਿੰਦਗੀ ਦੇ ਹਰ ਮਿੰਟ ਵਿੱਚ ਵਿਚਰਦਿਆਂ ਉਹਦੀ ਜਿਹੜੀ ਹਜ਼ੂਰੀ ਹੈ ਨਾ ਉਹ ਮਹਿਸੂਸ ਕਰਨੀ ਬੜੀ ਜ਼ਰੂਰੀ। ਜਦੋਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਨੂੰ ਮਹਿਸੂਸ ਕਰਦਾ ਵਾ ਨਾ, ਤੇ ਉਹਨੂੰ ਅੰਦਰ ਬੈਠਾ ਪਾਤਸ਼ਾਹ ਦਿਖ ਪੈਂਦਾ ਵਾ। ਉਹਨੂੰ ਫਿਰ ਜਿਹਨੂੰ ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀ। ਹਾਂਜੀ, ਇਹ ਮਨੁੱਖ ਨਾ ਬਾਹਰ ਢੂੰਡਣ ਡਿਆ। ਹਾਂਜੀ, ਗੁਰੂ ਸਾਹਿਬ ਕਹਿੰਦੇ ਵੀ ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ।
ਹੁਣ ਜਿਹੜਾ ਜਿਸ ਤਰ੍ਹਾਂ ਹਰਨ ਆ ਤੇ ਉਹਦੀ ਨਾਦੀ ਦੇ ਵਿੱਚ ਧੁੰਨੀ ਹੈ, ਕੋਈ ਖਾਸ ਖੁਸ਼ਬੂ ਆ। ਹਾਂਜੀ, ਹੈ ਤੇ ਜਿਹੜੇ ਵਿਦਵਾਨ ਨੇ ਜਾਂ ਪੁਰਾਤਨ ਫਿਲਾਸਫਰ ਨੇ ਉਹਨਾਂ ਨੇ ਗੱਲ ਕੀਤੀ ਹੋਈ ਆ ਕਿ ਜਿਹੜਾ ਹਰਨ ਆ ਉਹਦੇ ਕੋਲ ਇੱਕ ਖੁਸ਼ਬੂ ਆ, ਕਸਤੂਰੀ। ਤੇ ਉਹ ਖੁਸ਼ਬੂ ਨੂੰ ਲੱਭਦਾ ਤੇ ਇੱਧਰ ਉੱਧਰ ਭੱਜਦਾ ਤੇ ਭੱਜ ਕੇ ਥੱਕ ਜਾਂਦਾ ਤੇ ਉਹ ਖੁਸ਼ਬੂ ਨੂੰ ਬਾਹਰ ਦੇਖਦਾ, ਪਰ ਉਹ ਤੇ ਉਹਦੇ ਅੰਦਰ ਹੀ ਹੈ। ਹਾਂਜੀ, ਗੁਰੂ ਸਾਹਿਬ ਕਹਿੰਦੇ ਵੀ ਬਿਖ ਸੰਗ੍ਰਹਿ ਕਿ ਜੋ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੇ ਆਪ ਖਵਾਇਆ। ਕਰਤੇ ਨੇ ਆਪ ਹੀ ਖਵਾ ਲਿਆ ਸਾਨੂੰ ਨਾ, ਸਾਨੂੰ ਪੁੱਠੇ ਰਾਏ ਪਾਤਾ। ਪਰ ਗੁਰੂ ਜਿਹੜਾ ਨਾ ਉਹ ਇਹਨੂੰ ਸਿੱਧੇ ਰਾਏ ਪਾਉਂਦਾ। ਗੁਰਮੁਖ ਵਿਰਲੇ ਸੋਝੀ ਪਈ ਤਿਨਾਂ ਅੰਦਰ ਬ੍ਰਹਮ ਦਿਖਾਇਆ। ਆਹ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਕਿ ਸੱਚੇ ਪਾਤਸ਼ਾਹ ਨੇ ਕਿਸੇ ਵਿਰਲੇ ਮਨੁੱਖ ਨੂੰ ਇਹ ਸੋਝੀ ਦਿੰਦੀ ਹੈ। ਤੁਸੀਂ ਮੁਬਾਰਕ ਆ ਕਿ ਇਹ ਇਸ ਕਲਾਸ ਦੇ ਵਿੱਚ ਆਉਣੇ ਆ ਤੇ ਅਸੀਂ ਆਪਣੀ ਡੈਸਟਨੀ ਵੱਲ ਟਰੈਵਲ ਕਰ ਰਹੇ ਹਾਂ। ਅਸੀਂ ਉੱਥੇ ਜਿਹੜੇ ਪਹੁੰਚੇ ਨੇ ਮੁਬਾਰਕ, ਜਿਨ੍ਹਾਂ ਨਹੀਂ ਪਹੁੰਚੇ ਉਹ ਉਹਨਾਂ ਦਾ ਐਫਰਟ ਚੱਲ ਰਿਹਾ। ਗੁਰਮੁਖ ਵਿਰਲੇ ਸੋਝੀ ਪਈ ਤਿਨਾਂ ਅੰਦਰ ਬ੍ਰਹਮ ਦਿਖਾਇਆ। ਫਿਰ ਕੀ ਹੋਇਆ? ਮਨ ਤਨ ਸੀਤਲ ਹੋਆ ਰਸਨਾ ਹਰ ਸਾਧ ਆਇਆ। ਇਹ ਪ੍ਰਾਪਤੀਆਂ ਮਨੁੱਖ ਨੂੰ ਮੈਨੇ ਫੀਲ ਕਰਨੀਆਂ ਵਾ ਵੀ ਰਸਨਾ ਨੂੰ ਸਵਾਦ ਆਉਂਦਾ, ਮਨੁੱਖ ਦਾ ਮਨ ਤਨ ਜਿਹੜਾ ਵਾ ਉਹ ਕਿੱਦਾਂ ਖੁਸ਼ ਹੁੰਦਾ, ਚਾਹ ਹੁੰਦਾ, ਕਿੱਦਾਂ ਸੂਦ ਹੁੰਦਾ, ਗੂਸਬੰਪਸ ਆ ਜਾਂਦੇ ਆ। ਅੱਛਾ, ਤੇ ਕਹਿੰਦੇ ਸ਼ਬਦੇ ਹੀ ਨਾ ਉਪਜੇ ਸ਼ਬਦੇ ਮੇਲ ਮਿਲਾਏ। ਦੇਖੋ ਆਹ ਜਿਹੜੀ ਗੁਰਬਾਣੀ ਆਪਾਂ ਡਿਸਕਸ ਕਰਦੇ ਆ ਨਾ, ਇਹ 'ਚ ਇੰਨੀ ਕਪੈਸਿਟੀ ਆ, ਇੰਨੀ ਸਟਰੈਂਥ ਹੈ ਇਹਦੇ ਵਿੱਚ, ਇਹ ਮਾਲਕ ਨੂੰ ਮਿਲਾਉਣ ਦੀ ਸਮਰੱਥਾ ਰੱਖਦੀ ਆ। ਹਾਂਜੀ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਬਿਨ ਸ਼ਬਦੇ ਜਗ ਬਹਰਾਨਾ ਬਿਰਥਾ ਜਨਮ ਗਵਾਇਆ। ਹਾਏ ਹਾਏ ਹਾਏ, ਐਡਾ ਕੀਮਤੀ ਜਿਹੜਾ ਜਨਮ ਆ ਉਹ ਅਸੀਂ ਗੁਰੂ ਉਪਦੇਸ਼ ਤੋਂ, ਗੁਰਬਾਣੀ ਤੋਂ ਬਗੈਰ ਗਵਾਈ ਜਾਂਦੇ ਆ। ਹਾਂਜੀ, ਕਹਿੰਦੇ ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰੂ ਮਾਇਆ। ਜਿਹੜਾ ਸ਼ਬਦ ਹੈ ਨਾ ਇਹ ਅੰਮ੍ਰਿਤ ਆ। These are directions to find the Vaheguru Ji, the Vaheguru Ji who is living within yourself. Yeah, Gurbani is a direction to meet the Vaheguru Ji who is living within yourself, not outside. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨ ਸ਼ਬਦ ਜਗ ਬਹੁ ਆਨੰਦ, ਇਹ ਵੀ ਹੈਗਾ ਇੱਕ ਤਾਂ। ਜਗ ਜਿਹੜਾ ਸ਼ਬਦ ਤੋਂ ਬਗੈਰ ਕਮਲਾ ਹੈ। ਡੂ ਆਈ ਐਗਰੀ? ਇੱਥੇ ਇੱਕ ਹੋਰ ਕਨਸੈਪਟ ਦੀ ਗੱਲ ਆਈ ਹੈ, ਆਈ ਮਸਟ ਸ਼ੇਅਰ। ਇਟਸ ਨਾਟ ਇਨ ਦ ਪ੍ਰਟੈਕਸਟ ਦੋ, ਪਰ ਆਪਣੀ ਕਿਉਂਕਿ ਗੱਲ ਖਤਮ ਹੋ ਚੁੱਕੀ ਹੈ। ਅਕਸਰ ਜਿਹੜਾ ਸੀਕਰ ਹੈ ਨਾ ਉਹ ਭੁਲੇਖਾ ਖਾ ਜਾਂਦਾ ਹੈ ਆਪ ਲਫ਼ਜ਼ ਤੋਂ। I might not be readily memorizing it. I'll try to. ਜਦੋਂ ਆਉਂਦਾ ਨਾ ਆਪ, ਜਿਸ ਤਰ੍ਹਾਂ ਹੈਗਾ ਸਭ ਕੁਛ ਆਪੇ ਆਪ, ਤੇ ਅਸੀਂ ਕਹਿੰਦੇ ਵੀ ਰੱਬ ਹੀ ਹੈ ਸਾਰਾ ਕੁਛ। ਯੈਸ, ਟਰੂ ਹੈ, ਇੱਥੇ ਤੇ ਟਰੂ ਹੈ। ਇੱਧਰ ਇਹ ਆ ਜਾਂਦਾ ਹੈ ਕਿ ਸਾਰੀ ਗੱਲ ਕਰਕੇ ਨਾ, ਜਿਸ ਤਰ੍ਹਾਂ ਇੱਕ ਵਾਰੀ ਗੱਲ ਹੋਈ ਸੀ, ਰੇ ਮੂੜੇ ਤੂੰ ਹੋਛੇ ਰਸ ਲਪਟਾਇਓ, ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸਿਉ ਉਰਝਾਇਓ। ਉਹਦੇ ਵਿੱਚ ਅੱਗੇ ਚੱਲ ਕੇ ਹੈਗਾ ਕਿ ਜਿਤ ਕੋ ਲਾਇਓ ਤਿਤ ਹੀ ਲਾਗਾ ਤੇ ਕਰਮ ਕਮਾਇਓ। 6-7 ਬੜਾ ਵੱਡਾ ਸ਼ਬਦ ਹੈ, ਅਸ਼ਟਪਦੀ ਹੈ ਕਾਇੰਡ, ਪਰ ਇੱਕ ਤੁਕੀ ਹੈ। ਉਹਦੇ ਸਾਰੀਆਂ ਇੱਕ ਜਿਹੜੀਆਂ ਤੁਕਾਂ ਨੇ ਉਹ ਸਾਰੀਆਂ ਜੋਲਟ ਕਰਨ ਵਾਲੀਆਂ। ਰੇ ਮੂੜੇ ਤੂੰ ਹੋਛੇ ਰਸ ਲਪਟਾਇਓ, ਅੰਮ੍ਰਿਤ ਸੰਗ ਬਸਤੈ ਤੇਰੇ ਵਿਖਿਆ ਸਿਉ ਉਰਝਾਇਓ, ਰਤਨ ਜਵੇਹਰ ਬੰਜਨ ਆਇਓ, ਕਾਲਰ ਲਾਦ ਚਲਾਇਓ। ਤੂੰ ਆਇਆ ਕੀ ਕਰਨ ਹੈ, ਤੂੰ ਕਰਦਾ ਕੀ ਪਿਆ, ਤੂੰ ਤੈਨੂੰ ਕਰਨਾ ਕੀ, ਜਹਾਂ ਜਾਣਾ ਤਾਂ ਥਾਨ ਬਸਾਰਿਓ, ਨਿਮਖ ਨਹੀਂ ਤੁਧ ਗਾਇਓ, ਅਟਲ ਅਖੰਡ ਪ੍ਰਾਨ ਸੁਖਦਾਈ, ਇੱਕ ਨਿਮਖ ਨਹੀਂ ਤੁਧ ਗਾਇਓ, ਜਹਾਂ ਜਾਣਾ ਤੈ ਥਾਨ ਵਿਸਾਰਿਓ, ਨਿਮਖ ਨਾ ਮਨ ਲਾਇਓ, ਇੱਕ ਨਿਮਖ ਨਹੀਂ ਮਨ ਲਾਇਓ। ਇਸ ਤਰ੍ਹਾਂ ਕਰਕੇ ਨਾ ਅਖੀਰ ਤੇ ਕਹਿੰਦੇ ਨੇ
ਮੈਂ ਹੁਣੇ ਬੋਲਿਆ ਸੀ ਜਿਤ ਕੋ ਲਾਇਓ ਤਿਤ ਹੀ ਲਾਗਾ ਤੇ ਇਹ ਕਰ। ਜਦੋਂ ਅਸੀਂ ਇੱਥੇ ਆਉਂਦੇ ਹਾਂ ਅਸੀਂ ਕਹਿੰਦੇ ਹਾਂ ਟ੍ਰੈਡੀਸ਼ਨਲ ਅਰਥ ਪੜ੍ਹ ਕੇ ਕਿ ਜਿੱਧਰ ਰੱਬ ਜੀ ਨੇ ਲਾਇਆ ਅਸੀਂ ਉੱਧਰ ਲੱਗ ਗਏ। ਹੁਣ ਇੱਕ ਜਿਹੜਾ ਸਪਿਰਿਚੁਅਲ ਮਾਈਂਡ ਹੈ ਉਹ ਕਹਿੰਦਾ ਵੀ ਜਿੱਧਰ ਰੱਬ ਜੀ ਨੇ ਲਾਇਆ ਲੱਗ ਗਏ ਤੇ ਫਿਰ ਮੈਨੂੰ ਕੁਝ ਕਰਨ ਦੀ ਲੋੜ ਹੀ ਨਹੀਂ। ਮੈਂ ਬੈਠਾ ਵਾਂ, ਜੇ ਰੱਬ ਜੀ ਚਾਹੇਗਾ ਤੇ ਮੈਨੂੰ ਪਾਠ ਕਰਾ ਲੇਗਾ, ਜੇ ਰੱਬ ਜੀ ਚਾਹੇਗਾ ਤੇ ਮੈਨੂੰ ਸੰਗਤ ਕਰਾ ਲੇਗਾ। ਫਿਰ ਅਸੀਂ ਜਿਹੜਾ ਅੱਜ ਦਾ ਪੋਸਟ ਮਾਡਰਨਿਜ਼ਮ ਥਾਟ ਉਹ ਇਦਾਂ ਲੈ ਜਾਂਦੇ ਆ। ਇੱਥੇ ਆਪ ਵਾਲਾ ਜਿਹੜਾ ਲਫ਼ਜ਼ ਹੈ ਨਾ ਉਹਦੇ ਨਾਲ ਮਿਲਦਾ ਜੁਲਦਾ ਹੈ ਕਿ ਇੱਕ ਆਪ ਉਹ ਹੈ ਮਾਲਕ, ਇੱਕ ਆਪ ਮੈਂ ਵਾਂ। ਸਪੈਲਿੰਗ ਕੋਈ ਫਰਕ ਨਹੀਂ ਹੈ। ਜਿੱਦਾਂ ਕਰਮ ਔਰ ਕਰਮ ਦੇ ਵਿੱਚ ਸੀਗਾ ਨਾ ਬਖਸ਼ਿਸ਼ ਤੇ ਮੇਰਾ ਕਰਮ, ਇਸੇ ਤਰ੍ਹਾਂ ਇੱਕ ਆਪ ਮਾਲਕ ਦੀ ਰਜ਼ਾ, ਇੱਕ ਆਪ ਮੇਰੀ ਰਜ਼ਾ ਵੀ ਹੈ। have I thought about it? ਕਦੀ ਸੋਚਿਆ ਨਹੀਂ? ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉ, है ना? आप से मिलिया, मतलब बड़े शब्द मैनू याद नहीं है। गिव मी अ सेक ते ਅਸੀਂ ਕੱਢ ਸਕਦੇ ਹਾਂ ਮਿੰਟ ਤੋਂ ਪਹਿਲੇ। ਇਹ ਆਪ ਜਿਹੜਾ ਇੱਕ ਕਨਸੈਪਚੁਅਲ ਸੀ ਤੇ ਮੈਂ ਕਿਹਾ ਵੀ ਚਲੋ ਇਹਨੂੰ ਹਾਂਜੀ ਕੌਣ ਬੋਲਿਆ? ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ, ਆਪ ਕੀਨੋ ਆਪਨ ਵਿਸਤਾ। ਹਾਂਜੀ ਇਹ ਸਾਂਝਾ ਕਰ ਦੋ। ਹਾਂਜੀ ਹਾਂ ਇਹ ਕਰ ਸਕਦੇ ਹਾਂ। ਆਪ ਉਪਦੇਸ਼ੈ ਤੇ ਸਮਝੈ ਆਪ, ਇਹ ਲੈ ਲਓ। ਹੁਣ ਇੱਥੇ ਆਪ ਮੈਂ ਮਤਲਬ ਮਾਲਕ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਸਮਝਿਆ ਕਿੰਨੇ ਹੈ? ਮੈਂ ਅਪੈਰੈਂਟਲੀ ਮੈਂ ਸਮਝਿਆ ਨਾ, ਪਰ ਕਿਉਂਕਿ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਕਿਉਂਕਿ ਉਹਨੇ ਮੇਰੇ ਅੰਦਰ ਨਿਵਾਸ ਕੀਤਾ ਹੋਇਆ ਹੈ, ਇਸ ਕਰਕੇ ਉਹੀ ਸੁਣਦਾ ਪਿਆ ਤੇ ਉਹੀ ਵੇਖਦਾ ਪਿਆ। ਡਸਨਟ ਮੇਕ ਸੈਂਸ? ਸੱਦ ਸੁਣਦਾ, ਸੱਦ ਵੇਖਦਾ, ਕੀ ਹੈਗਾ ਸ਼ਬਦ ਰਿਹਾ ਭਰਪੂਰ, ਮਨ ਮੇਰੇ ਦੇਖ ਸਦਾ ਹਜੂਰ। ਹੁਣ ਜਦੋਂ ਉਹਨੇ ਸੁਣਿਆ ਤੇ ਉਹਨੇ ਬੋਲਿਆ ਤੇ ਮੇਰਾ ਵਿੱਚ ਕੀ ਕਿਰਦਾਰ ਹੈ? ਨਹੀਂ, ਮੈਂ ਵਾਜਾ ਵਾਂ ਜਿਹਨੂੰ ਵਜਾਉਣ ਵਾਲਾ ਤੂੰ ਹੈ। ਇਹ ਮੈਂ ਕਦੀ ਸੋਚਿਆ ਇਸ ਤਰ੍ਹਾਂ? ਹਮ ਤੇਰੇ ਜੰਤ ਤੂੰ ਵਜਾਵਣ ਹਾਰਾ, ਹਮ ਜੰਤ ਤੂੰ ਪੁਰਖ ਜੰਤੈਣੀ, ਇਹ ਵੀ ਆਂਦਾ। ਮਨ ਮੇ ਆਪ ਮਨ ਆਪਣੇ ਮਾਹੇ, ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ। ਵਾਹ, ਗੌਰ ਕਰੀਏ। Have I tried to think कि आपे रचिया सब के साथ, आप कीनो आपन विस्तार, उस ते भिन्न कहो किछ होए, उतो परे हो किदां सकदा मैं? जे मैं अपने आप नूं ਇੱਕ ਨਵਾਂ ਜਨਮਾ ਬੱਚਾ ਸਮਝ ਲਵਾਂ ਜਿਹਦੀ ਐਮਬਲੀਕਲ ਕਾਰਡ ਜਿਹੜੀ ਹੈ ਉਹ ਜੁੜੀ ਹੋਈ ਹੈ, ਹਾਲੇ ਕੱਟੀ ਨਹੀਂ ਗਈ, ਮੈਂ ਬਾਹਰ ਆ ਗਿਆ, ਪਰ who is feeding me still? God. ਹਾਲਾਂਕਿ ਬਾਣੀ ਦੀ ਐਨਕ ਲਾ ਕੇ ਕਹਿੰਦੀ ਵੀ ਛੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਪਰ ਜਦ ਤੱਕ ਉਹ ਮੇਰੀ ਕਾਰਡ ਜੁੜੀ ਹੋਈ ਹੈ ਨਾ, ਮੈਂ ਉਸੇ ਡੋਮੇਨ ਦੇ ਵਿੱਚ ਹਾਂ ਜਿੱਥੇ ਮੈਂ ਪਹਿਲੇ ਸੀਗਾ। ਜਿਹੜੀ ਕਾਰਡ ਹੈ ਉਹ ਮੇਰੀ ਸੋਚ ਹੈ, ਉਹ ਮੇਰੀ ਅਵੇਅਰਨੈਸ ਹੈ।
ਜੇ ਮੈਂ ਉਸ ਅਵੇਅਰਨੈਸ ਦੇ ਵਿੱਚ ਰੱਬ ਜੀ ਨੂੰ ਨਾ ਭੁੱਲਾਂ, ਮੇਰਾ ਕਿਰਦਾਰ ਤੇ ਇਹੀ ਸੀਗਾ ਨਾ ਕਿ ਪਾਤਸ਼ਾਹ ਉਹ ਹੈ ਨਾ ਸਰਪ ਅਗਨ ਸੰਗ ਖੇਲੇ ਚੰਚਲ ਮਗਤ ਬਾਲਕ ਬਪਰੇ। ਮੈਂ ਆਪਣੀ ਮੱਤ ਦਾ ਆਪ ਚਾਲਕ ਬਣ ਕੇ ਮੈਂ ਸੱਪ ਨੂੰ, ਅੱਗ ਨੂੰ ਹੱਥ ਪਾ ਲਿਆ। ਮਾਇਆ ਹੋਏ ਨਾਗਨੀ ਜਗਤ ਰਹੀ ਲਪਟਾਏ, ਉਹਨੂੰ ਮੈਂ ਹੱਥ ਪਾ ਲਿਆ। ਜੇ ਮੇਰੇ ਚ ਅਵੇਅਰਨੈਸ ਆ ਜਾਏ ਤੇ ਮੈਂ ਉਹਨੂੰ ਛੱਡ ਕੇ ਫਿਰ ਗੁਰੂ ਕੋਲ ਚਲਾ ਜਾਂਦਾ। ਜਿਹੜਾ ਮੇਰੇ ਅੰਦਰ ਵਸਦਾ ਪਿਆ ਹੈ, ਆਪ ਉਹੀ ਆਪ ਹੈ। ਜਦੋਂ ਮੈਂ ਕੁਛ ਕਰਦਾ ਵਾਂ ਤੇ ਮੈਂ ਕਹਿਣਾ ਕਿ ਪਾਤਸ਼ਾਹ ਤੂੰ ਕਰਾਇਆ ਹੈ। Am I making sense or not? It is going. ਹਾਂਜੀ ਹਾਂਜੀ ਗੁੱਡ ਸੋ ਇਹ ਇੱਕ ਹੋਰ ਕਨਸੈਪਟ ਸੀ ਜਿਹੜੀ ਅਸੀਂ ਮਾੜੀ ਜੀ ਗੱਲ ਕੀਤੀ ਹੈ। ਬਾਣੀ ਚ ਬਹੁਤ ਵਾਰੀ ਆਉਂਦਾ, ਅੱਜ ਜ਼ਾਹਿਰ ਤੌਰ ਤੇ ਨਹੀਂ ਆ ਰਿਹਾ ਕੁਛ ਇਹੋ ਜਿਹਾ ਲਫ਼ਜ਼, ਹੋਰ ਮਤਲਬ ਭਰੀ ਪਈ ਹੈ ਬਾਣੀ। ਪਰ ਜਦੋਂ ਤੁਸੀਂ ਅੱਜ ਗੱਲ ਕਰ ਲਈਏ ਤੇ ਜਦੋਂ ਆਏਗਾ ਨਾ ਕੁਛ ਉੱਥੇ, ਤੇ ਫਿਰ ਤੁਸੀਂ ਦੇਖੋਗੇ ਕਿ ਇਹ ਤੁਹਾਨੂੰ ਮਿਲੇਗਾ। ਨਾਨਕ ਵੱਡਾ ਆਖੀ ਆਪੇ ਜਾਣੇ ਆਪ, ਸਭ ਕੁਛ ਆਪੇ ਆਪ। ਅੱਛਾ, ਫਿਰ ਆਪੇ ਧਰਤੀ ਆਪ ਰਾਹਕ, ਆਪ ਜਮਾਏ ਪਿਸਾਵੇ। ਧਰਤੀ ਗਾਉਣ ਵਾਲਾ ਵੀ ਆਪ ਹੈ ਤੇ ਧਰਤੀ ਆਪ ਹੀ ਧਰਤੀ ਹੈ, ਆਪ ਹੀ ਜਮਾਉਂਦਾ ਹੈ, ਆਪ ਹੀ ਪਿਸਾਉਂਦਾ ਹੈ। ਆਪੇ ਜਲ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੇ। ਆਪ ਪਕਾਏ ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੇ। ਆਪੇ ਸੰਗਤ ਸੱਦ ਬਹਾਲੇ, ਆਪੇ ਵਿਦਾ ਕਰਾਵੇ। ਆ ਗਿਆ ਇੱਕ ਹੋਰ ਯਾਦ। ਇਸ ਤਰ੍ਹਾਂ ਸਾਰਿਆਂ ਦੇ ਕੋਲ ਐਪ ਹੈਗੀ ਏ। ਆਪ ਦੀ ਥੋੜਾ ਜਿਹਾ ਹੋਮਵਰਕ, ਆਪ ਨੂੰ ਸਟੱਡੀ ਕਰਨਾ ਤੇ ਮੈਨੂੰ ਕਰੈਕਟ ਕਰਨਾ ਪਲੀਜ਼, ਮੈਂ ਕਿੱਥੇ ਗਲਤ ਹਾਂ। ਆਪ ਦੇ ਕਈ ਸ਼ੇਪਸ ਨੇ, ਖਿਆਲ ਰੱਖਣਾ। ਕਿਧਰੇ ਆਪ ਮੁਕਤਾ ਹੈ, ਕਿਧਰੇ ਆਪ ਸਿਹਾਰੀ ਦੇ ਨਾਲ ਹੈ, ਤੇ ਕਿਧਰੇ ਆਪ ਔਂਕੜ ਦੇ ਨਾਲ ਹੈ। ਸੋ ਤਿੰਨਾਂ ਤਰ੍ਹਾਂ ਦੇ ਨਾਲ ਸ਼ਬਦਾਂ ਨੂੰ ਸਿਰਫ ਬਰਾਊਜ਼ ਕਰਨਾ, ਹੋਰ ਕੁਝ ਨਹੀਂ ਕਰਨਾ, ਤੇ ਆਸ਼ਸ਼ ਕਰਨਾ। ਆਈ ਹੋਪ ਕਿ ਯੂ ਵੁੱਡ ਐਗਰੀ ਵਿਦ ਮੀ, ਤੇ ਤੁਸੀਂ ਦੇਖਣਾ ਕਿ ਪਾਤਸ਼ਾਹ ਨੇ ਕਿੰਨੀ ਮਿਹਰਾਂ ਕੀਤੀਆਂ ਹੋਈਆਂ ਨੇ ਸਾਡੇ ਤੇ ਅਸੀਂ ਕਿੰਨੇ ਅਲਪਾਗਾਂ ਪੜ੍ਹ ਲਿਖ ਕੇ ਅਸੀਂ ਬੇਵਕੂਫ ਹਾਂ ਕਿ ਅਸੀਂ ਉਹਦੀਆਂ ਮਿਹਰਾਂ ਨੂੰ ਸਮਝਿਆ ਨਹੀਂ ਹੋਇਆ। Questions? So you started out the discussion saying Kebi, the aap could mean both Paramatma and aap could mean us. But Yes, most me. of the examples you gave were for the Paramatma. मैं क्या ना कि मैं याद नहीं कर सकांगा। So I just wanted to make sure that I understood it correctly. No, मैं ਹੁਣੇ ਬੋਲਿਆ ਸੀ ਜੇਵੜ ਆਪ ਜਾਣੇ ਆਪ ਆਪ। ओते सारा एक उसदे मिनट वास्ते आपे आप एवे नहीं आप सुजान न भुल्ले, आपे रसिया आप रस। हाँ, आपे रसिया आप रस, आपे रावणहार। वो भी सब वही है। नहीं कौन? मैं हुणे ਜਿਹੜਾ ਬੋਲਿਆ ਸੀ ਕਿ आपे संगत सद बहाले, आपे विदा करावे, वो कौन है? वो भी वही है ना। आपे धरती आप है राह। ਤੁਸੀਂ ਇਹ ਦੱਸੋ, ਮੈਂ ਰੋਟੀ ਬਣਾ ਰਿਹਾ, ਮੈਂ ਲੰਗਰ ਬਣਾ ਰਿਹਾ, ਕੌਣ ਬਣਵਾ ਰਿਹਾ? ਉਹੀ ਬਣਾ ਕੌਣ ਰਿਹਾ? ਮੈਂ। ਪਰ ਮੇਰੇ ਖਿਆਲ ਜਿਹੜੇ ਜਿਹੜਾ ਥਾਟ ਪ੍ਰੋਸੈਸ ਹੈ ਨਾ ਅਵੇਅਰਨੈਸ ਦਾ ਕਰਨਾ, ਅਗੇਨ ਜਦੀ ਮੈਂ ਫਿਰ ਵਾਪਸ ਜਾਵਾਂ, ਜਦੀ ਅਸੀਂ ਐਗਜ਼ਾਮਪਲ ਲਈ ਸੀ ਕਿ ਤੁਸੀਂ ਪੜ੍ਹਾਈ ਕੀਤੀ ਹੈ, ਰਾਈਟ? ਜਿਹੜਾ ਤੇ ਸਪਿਰਿਚੁਅਲ ਸੀਕਰ ਹੈ ਉਹ ਕਹਿੰਦਾ ਮੇਰੇ ਕੋਲੋਂ ਰੱਬ ਨੇ ਮਿਹਰ ਕੀਤੀ, ਮੈਂ ਕਰ ਸਕਿਆ। ਤੁਸੀਂ ਪ੍ਰੋਫੈਸ਼ਨ ਚ ਜਦੋਂ ਸੀ ਹੈਗੇ ਸੀ ਜਾਂ ਹੈਗੇ ਹੋ, ਮੈਂ ਇੱਕ ਮਰੀਜ਼ ਨੂੰ ਦੇਖਿਆ, ਪਾਤਸ਼ਾਹ ਤੇਰਾ ਸ਼ੁਕਰ ਹੈ
ਤੂੰ ਮੈਨੂੰ ਸਮਝ ਦਿੱਤੀ, ਮੈਂ ਇਹਨੂੰ ਠੀਕ ਕਰ ਲਿਆ। ਇਹੀ ਕਹਿੰਦੇ ਹੋ? ਜੇ ਤੁਸੀਂ ਇਹ ਕਿਹਾ ਤੇ ਤੁਸੀਂ ਸੀਕ ਕਰੋ, ਜੇ ਤੁਸੀਂ ਕਿਹਾ ਆਈ ਡਿਡ ਇਟ ਤੇ ਤੁਸੀਂ ਕਰਤਾ ਪੁਰਖ ਆਪ ਹੋ ਗਏ ਕਿ ਨਾ? No, no, I ਆਪ understand. ਕਰਤਾ ਬਣ ਗਏ ਨਾ। No, I understand that. I was just making sure that the examples that you were giving were actually I thought they were all about. ਹੁਣ ਆਪ ਬੀਜ ਆਪੇ ਹੀ ਖਾ। ਉਹ ਮੇਰਾ ਹੈ। ਉਹ ਮੇਰਾ ਆਪ ਹੈ। ਹੈ ਨਾ? ਹੁਣ ਅਸੀਂ ਸਪਿਰਿਚੁਅਲੀ ਇਵੋਲਵ ਕਰਨਾ ਚਾਹ ਰਹੇ ਹਾਂ। ਮੈਂ ਲਫ਼ਜ਼ ਵਰਤਿਆ ਇਵੋਲਵ ਕਰਨਾ ਚਾਹ ਰਹੇ ਹਾਂ, ਰਾਈਟ? ਇਵੋਲਵ ਹੋ ਗਏ, ਮੈਂ ਹੋਇਆ ਕਿ ਉਹਨੇ ਕਰਾਇਆ? ਮੈਂ ਹੋਇਆ ਪਰ ਉਹਨੇ ਕਰਾਇਆ ਹੈ। ਐਗਜ਼ੈਕਟਲੀ। ਸੋ ਦੋ ਆਪ ਆ ਗਏ ਨਾ। ਹਾਂਜੀ। ਮੈਂ ਇਹ ਕਹਿਣਾ ਚਾਹ, ਇਟ ਇਜ਼ ਵੈਰੀ ਸਟਲ ਕਿ ਜੇ ਮੈਂ ਕਹਤਾ ਕਿ ਆਈ ਡਿਡ ਇਟ ਤੇ ਮੈਂ ਉਹਦੇ ਡੋਮੇਨ ਚੋਂ ਬਾਹਰ ਹੋ ਜਾਵਾਂਗਾ, ਆਈਨੈਸ ਦੇ ਵਿੱਚ ਜੀਵਾਂਗਾ। ਹੈਗਾ ਆਪ ਹੀ ਹੈ, ਸਭ ਕੁਛ ਆਪੇ ਆਪ। ਜਿਹੜਾ ਲਫ਼ਜ਼ ਹੈ ਨਾ, ਉਹ ਕੀ ਹੈਗਾ? ਸਭ ਕੁਛ ਆਪੇ ਆਪ ਕੀ ਹੈ ਬਈ? ਆਸਾ ਦੀ ਵਾਰ ਚ ਆਪੇ ਭਾਂਡੇ ਸਾਜਨ, ਆਪੇ ਭਾਂਡੇ ਸਾਜੀਅਨ, ਆਪੇ ਪੂਰਨ ਦੇ। ਆਪੇ ਭਾਂਡੇ ਸਾਜਨ, ਆਪੇ ਪੂਰਨ ਦੇ। ਇੱਕ ਨੇ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ। ਇਹ ਸੋਝੀ ਉਹਨੂੰ ਮਿਲੇਗੀ ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣੇਗਾ ਕਿ ਕਰਨਾ ਮੈਂ ਪਰ ਕਰਾਣਾ ਤੂੰ ਹੈ। ਬਾਟਮ ਲਾਈਨ, ਮੈਂ ਟੂਲ, ਹਮ ਜੰਤੀ ਤੂੰ ਵਜਾਵਣ ਹਾਰਾ। ਹਮ ਤੇਰੇ ਜੰਤ ਤੂੰ ਵਜਾਵਣ ਹਾਰਾ। ਹਮ ਜੰਤ ਤੂੰ ਪੁਰਖ ਜੰਤੈਨੀ। ਹੈਗਾ ਨਾ ਇਹ? ਸੋ ਅਸੀਂ ਕੌਣ ਆ? ਅਸੀਂ ਇੱਕ ਸਿਰਫ ਮੀਡੀਆ, ਇੱਕ ਟੂਲ ਆ ਤੇਰੀ ਪ੍ਰੀਵੇਲੈਂਸ ਦਾ। ਤੂੰ ਪ੍ਰੀਵੇਲ ਕਰੇ ਸਾਡੇ ਥਰੂ, ਇਹ ਆ ਅਸੀਂ। ਸੋ ਜਿਹੜਾ ਆਪ ਮੈਂ ਲਫ਼ਜ਼ ਕਿਹਾ ਸੀ ਨਾ, ਉਹਦਾ ਮਤਲਬ ਐਪਰੈਂਟਲੀ ਇਹੀ ਹੈ ਕਿ ਤੂੰ ਹੈ, ਪਰ ਡੂਅਰ ਕੌਣ ਹੈ? ਮੇਰੇ ਥਾਣੀ ਮਾਲਕ ਵਰਤਦਾ ਹੈ। ਤੇ ਬਾਣੀ ਚ ਉਹਨੇ ਦੱਸ ਦਿੱਤਾ ਕਿ ਕਿਧਰੇ ਮਿਸਅੰਡਰਸਟੈਂਡਿੰਗ ਨਾ ਹੋ ਜਾਏ ਮੇਰੇ ਬੱਚਿਆਂ ਨੂੰ। ਉਹ ਕਹਿੰਦਾ ਹਰ ਆਪਣੀ ਵਡਿਆਈ ਭਾਵਦੀ, ਭਗਤਾਂ ਕਾ ਜੈਕਾਰ ਕਰਾਈ। ਮਾਂ ਨੂੰ ਚੰਗਾ ਲੱਗਦਾ ਹੈ ਜਦੋਂ ਉਹਦੇ ਪੁੱਤਰ ਦੀ ਕੋਈ ਤਾਰੀਫ ਕਰਦਾ ਹੈ, ਉਹਦੇ ਬੱਚੇ ਦੀ, ਕਿ ਵਾਹ ਕਿਆ ਬੱਚਾ ਹੈ। ਮਾਂ ਫੁੱਲੀ, ਬੱਚੇ ਦੀ ਤਾਰੀਫ ਹੋ ਰਹੀ ਹੈ, ਪਰ ਮਾਂ ਕਿੰਨੀ ਖੁਸ਼ ਹੁੰਦੀ ਹੈ? ਹੁੰਦੀ ਹੈ ਕਿ ਨਹੀਂ? ਕਿਉਂਕਿ ਉਹਦੇ ਬੱਚੇ ਦੀ ਤਾਰੀਫ ਹੋ ਰਹੀ। ਕੀਤਾ ਮੈਂ ਆਪਣੇ ਅੰਦਰ ਕਹਿ ਰਿਹਾ ਕਰਾਇਆ ਤੂੰ ਹੈ। ਤੇ ਜਦੋਂ ਫਿਰ ਮੇਰੀ ਕੋਈ ਤਾਰੀਫ ਕਰਦਾ ਹੈ ਤੇ ਮੇਰੇ ਮਾਲਕ ਖੁਸ਼ ਹੁੰਦਾ ਹੈ। ਸਪਿਰਿਚੁਅਲ ਲੈਵਲ ਦੀ ਥੋੜਾ ਜਿਹਾ ਡਿਫਰੈਂਟ ਗੱਲ ਹੈ, ਆਮ ਦੁਨੀਆ ਤੋਂ ਹਟ ਕੇ ਕੀਤੀ ਹੋਈ ਗੱਲ ਹੈ। ਹੁਣ ਜਦੋਂ ਕਹਿੰਦਾ ਸਭ ਕੁਛ ਆਪੇ ਆਪ ਹੈ, ਦੂਜਾ ਅਵਰ ਨਾ ਕੋਏ, ਇਹਦਾ ਕੀ ਮਤਲਬ ਹੋਇਆ? ਸਭ ਕੁਛ ਜਿਉਂ ਬੁਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ। ਜਿਉ ਤੂੰ ਬੁਲਾਏ ਤਿਉਂ ਨਾਨਕ ਦਾਸ ਬੋਲੇ। ਕੀ ਮਤਲਬ ਹੋਇਆ? ਇੱਥੇ ਜਿਹੜਾ ਸ਼ਾਰਪ ਬ੍ਰੇਨ ਹੈ ਨਾ, ਮਤਲਬ ਤਰਕਸ਼ੀਲ ਮਾਈਂਡ, ਉਹ ਕਹਿੰਦੇ ਜੇ ਫਿਰ ਉਹਨੇ ਹੀ ਬੁਲਾਣਾ ਤੇ ਮੈਂ ਕੀ ਕਰਨਾ ਬੋਲ ਕੇ। ਸਾਕਤ ਮਤੀਆ ਜਿਹੜਾ ਨਾ, ਪਰ ਜਿਹੜਾ ਉਹਦੇ ਫੇਥ ਦੇ ਡੋਮੇਨ ਚ ਹੈ ਨਾ, ਉਹ ਨਹੀਂ ਕਹਿੰਦਾ। Am I making sense or not? I don't know.
ਡੂ ਦਿਸ ਫੇਵਰ, ਤੁਸੀਂ ਕੱਲ ਦੇ ਦਿਨ ਤੱਕ ਆਪ ਨੂੰ ਸਟੱਡੀ ਕਰਨਾ, ਆਪ ਲਫ਼ਜ਼ ਦਾ ਵਰਡ, ਉਹਦੇ ਨਾਲ ਕਿੰਨੇ ਸ਼ਬਦ ਨੇ, ਫਿਰ ਦੇਖਣਾ ਕਿ ਆਪ ਕਿੱਥੇ ਕਿੱਥੇ ਜਾ ਕੇ ਮਿਲਦਾ ਪਿਆ। ਠੀਕ ਹੈ ਜੀ। Any questions? Question ਤੇ ਹੋਣਾ ਹੀ ਕੋਈ ਨਹੀਂ। I'm sorry if I confused you, आजकल मैं confuse कर रहा बहुत, है ना अरजीत जी? नहीं कंफ्यूज नहीं कर। हाँ जी। ਮੇਰਾ ਗੋਣਾ ਵਗਣਾ ਵਿਚਾਰਿਆ ਸਤਿਗੁਰ ਆਪਣੇ ਬਿਰਦ ਸਮਾਰਿਆ, ਕੰਠ अपना ਲਾਏ बिरद हमारे। ਕੰਠ ਲਾਏ ਕੇ ਰੱਖੇ ਹੁਣ ਲੱਗੇ ਨੇ ਤੱਤੀ ਵਾਹ ਜੀ। वाह जी। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹਿਲਾ ਪਹਿਲਾ ਘਰ ਤੀਜਾ। ਹਉ ਵਾਰੀ ਹਉ ਵਾਰਣੈ ਕੁਰਬਾਨ ਤੇਰੇ ਨਾਮ ਨੋ ਰਹਾਉ। ਹਉ ਵਾਰੀ ਹਉ ਵਾਰਣੈ ਕੁਰਬਾਨ ਤੇਰੇ ਨਾਮ ਨੋ। ਜੋਗੀ ਅੰਦਰ ਜੋਗੀਆਂ ਤੂੰ ਭੋਗੀ ਅੰਦਰ ਭੋਗੀਆਂ, ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜਿਉ। ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ। ਵੇਖਾਂ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜਿਉ। ਪ੍ਰਗਟ ਪੁਹਾਰੇ ਜਾਪਦਾ ਸਭ ਨਾਵੇਂ ਨੂੰ ਪ੍ਰਤਾਪਦਾ। ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜਿਉ। ਸਤਿਗੁਰ ਕੋ ਬਲ ਜਾਈਐ ਜਿਤ ਮਿਲਿਆ ਪਰਮਗਤ ਪਾਈਐ। ਸੁਰ ਨਰ ਮਨ ਜਨ ਲੋਚਦੇ ਸੋ ਸਤਿਗੁਰ ਦੀਆਂ ਬੁਝਾਏ ਜਿਉ। ਸਤ ਸੰਗਤ ਕੈਸੀ ਜਾਣੀਐ ਜਿੱਥੇ ਕੋ ਨਾਮ ਵਿਖਾਣੀਐ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਸਤ ਸੰਗਤ ਕੈਸੀ ਜਾਣੀਐ ਜਿੱਥੇ ਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਸਤਿਗੁਰ ਕੋ ਬਲ ਜਾਈਐ ਜਿਤ ਮਿਲਿਆ ਪਰਮਗਤ ਪਾਈਐ। ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜਿਉ। ਹਉ ਵਾਰੀ ਹਉ ਵਾਰਣੇ ਕੁਰਬਾਨ ਤੇਰੇ ਨਾਮ ਨੋ
ਹਉ ਵਾਰੀ ਹਉ ਵਾਰਣੇ ਕੁਰਬਾਨ ਤੇਰੇ ਨਾਮ ਨੋ ਵਾਹਿਗੁਰੂ 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 ਵਾਹਿ ਜੀਓ ਵਾਹਿਗੁਰੂ 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 ਵਾਹਿ ਜੀਓ ਵਾਹਿਗੁਰੂ 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 ਵਾਹਿ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ। ਖਾਲਸਾ. Before we end, next week's